जी किनू जी। हाँ जी किनू किनू मैडम। जी सर नमस्कार जी। हाँ नमस्कार। की गल लेट हो गए आप? हाँ जी सर एक्चुअली सर नेट की प्रॉब्लम आ गई थी जी ता। हुन ठीक रहेगा ना नेट? हाँ जी बिल्कुल बिल्कुल 100% सही रहेगा जी। अच्छा मैं ज्वाइन करवा ला सर नु? जी 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 सर जी काइंड काइंड। ओके ये सारे नु म्यूट करियो। किन्ने जी पार्टिसिपेंट मैं आ गए? करन लगी हाँ जी। जी जी मैडम आप शुरू करते हैं। सर ने ज्वाइन कर लिया सो जी सर स्क्रीन शेयर करना। मैं ਤੁਹਾਨੂੰ WhatsApp ਤੇ ਕੁਝ ਭੇਜਿਆ ਹੈ ਸਰ ਦੀ ਫੋਟੋ जी सर ਪਹਿਲਾਂ ਬੁੱਕ ਵਾਲਾ ਉਹ ਸ਼ੇਅਰ ਕਰਨਾ। जी जी ਸੋ ਵੈਲਕਮ एवरीबॉडी। ਸੋ ਅਸੀਂ ਵੇਟ ਕਰ ਰਹੇ ਸੀਗੇ ਕਿ ਕੁਝ ਪਾਰਟਿਸਪੈਂਟ ਸਾਡੇ ਨਾਲ ਹੋਰ ਜੁੜ ਜਾਂਦੇ। ਸੋ जी सर जी so we are around 200. Welcome everybody. So ਅੱਜ ਦਾ ਜਿਹੜਾ ਲੈਕਚਰ ਹੈ let me introduce myself. I am Vijender Dhawan and you are familiar with me but ਅੱਜ ਦੇ ਜਿਹੜੇ ਸਾਡੇ ਮੇਨ ਜਿਹੜੇ ਲੈਕਚਰਰ ਜਿਹੜੇ ਹੋਣਗੇ ਓਰੇਟਰ ਹੋਣਗੇ ਮਿਸਟਰ ਵਿਵੇਕ ਅਤਰੇ। I welcome Mr. Vivek Atre. So thank you sir. So Mr. Vivek is ex IAS officer, very dynamic IAS officer. So ਮੇਰਾ ਜਿਹੜਾ ਇਹਨਾਂ ਨਾਲ ਸਰ ਥੋੜੀ ਜਿਹੀ ਇੰਟਰੋਡਕਸ਼ਨ ਸਾਡੀ ਕਿ we are from we all are from technical education ਪੰਜਾਬ। ਸੋ ਇਹਦੇ ਅੰਡਰ different polytechnic ITIs and engineering colleges ਆਉਂਦੇ ਆ as you are very conversant. Mr. Vivek Atre had been director in information technology. He had been into technical education. He had been a major reformer, I would say, ਜਿੱਥੋਂ ਤੱਕ ਮੈਂ ਜਾਣਦਾ ਸਰ ਨੂੰ ਕਿ major reformer in education as well as information technology industry. ਜੇ ਬਰੀਫ ਮੈਂ ਉਹਦੇ ਵਾਸਤੇ ਦੱਸਾਂ, ਜੇ ਫਾਰਮਲੀ ਤੁਹਾਨੂੰ ਦੱਸਾਂ ਤੋ ਹੀ ਇਜ਼ ਐਕਸ IAS ਆਫਿਸਰ, ਮੋਟੀਵੇਸ਼ਨਲ ਸਪੀਕਰ ਹੈਗੇ। ਸਰ ਨੇ ਕਈ ਬੁੱਕਸ ਲਿਖੀਆਂ, ਆਥਰ, ਮੈਂਟਰ, ਕਾਲਮਿਸਟ। ਇਹਨਾਂ ਦੇ ਅਖਬਾਰ ਦੇ ਵਿੱਚ ਰੈਗੂਲਰ ਜਿਹੜੇ ਹੈ ਕਾਲਮਸ ਆਉਂਦੇ ਆ ਐਂਡ ਵੈਰੀ ਇਨਫੋਰਮੇਟਿਵ, ਬਹੁਤ ਹੀ ਇਨਫੋਰਮੇਸ਼ਨ ਨਾਲ ਭਰੇ ਹੋਏ। ਹੀ ਇਜ਼ ਵੈਰੀ ਅਲਟਰੂਇਸਟਿਕ ਪਰਸਨ, ਬਹੁਤ ਹੀ ਇਨਸਾਨੀਅਤ ਔਰ ਜ਼ਮੀਨ ਦੇ ਨਾਲ ਜੁੜੇ ਹੋਏ ਸੀਨੀਅਰ IAS ਆਫਿਸਰ ਹੈਗੇ। So ਜਿਨ੍ਹਾਂ ਨੇ ਕਿ in 17 maybe to work for the society he resigned from the services. So he had 8 TEDx talks ਜਿਹੜੀਆਂ ਇਹਨਾਂ ਨੇ TEDx ਇੱਕ ਪਲੇਟਫਾਰਮ ਹੈਗਾ ਉਹਦੇ ਉੱਤੇ ਇਹਨਾਂ ਨੇ ਲਈਆਂ।
ਹਾਈਲੀ ਪਪੂਲਰ ਜੋਸ਼ ਟਾਕਸ ਦੇ ਵਿੱਚ ਰਹੇ ਹੈ। 25 ਲੱਖ ਲੋਕ ਦੇ ਇਹਨਾਂ ਦੇ ਵਿਊਜ਼ ਹੈਗੇ YouTube ਦੇ ਉੱਤੇ, ਵੀਡੀਓਜ਼ ਜਿਹੜੀਆਂ ਇਹਨਾਂ ਦੀਆਂ ਹੈਗੀਆਂ। ਇੱਕ ਕ੍ਰਿਕਟ ਇਹਨਾਂ ਦੇ ਫਾਦਰ ਦੇ ਨਾਮ ਦੇ ਉੱਤੇ ਇਹਨਾਂ ਨੇ, ਉਹ ਵੀ ਮੈਂ ਦੱਸਣਾ ਚਾਹਾਂਗਾ, ਇੱਕ ਅਕੈਡਮੀ ਹੈ, ਉਹਦਾ ਇਹ ਰੈਗੂਲਰ ਬੱਚਿਆਂ ਦੇ ਵਿੱਚ ਗੇਮਸ ਦਾ ਪ੍ਰਸਾਰ ਕਰ ਰਹੇ ਆ, ਉਹਨੂੰ ਵੀ ਇਹ ਕੋਆਰਡੀਨੇਟ ਕਰ ਰਹੇ ਆ ਸਰ, ਬੜੇ ਵਧੀਆ ਤਰ੍ਹਾਂ ਕਰ ਰਹੇ ਆ। ਸੋ ਹੀ ਇਜ਼ ਅ ਬਿਗ ਥਿੰਕ ਟੈਂਕ, ਵਿਜ਼ਿਟਿੰਗ ਪ੍ਰੋਫੈਸਰ ਹੈਗੇ ਸ਼ੌਲਨੀ ਯੂਨੀਵਰਸਿਟੀ, CSR ਐਡਵਾਈਜ਼ਰ ਹੈਗੇ ਆ, ਜਿਵੇਂ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤਾ ਸੀਗਾ। ਸੋ ਹੀ ਐਡਰੈਸਿਸ ਆਡੀਅנס ਫਰੋਮ ਇੰਡਸਟਰੀ, ਐਕੈਡਮੀਆ ਐਂਡ ਗੁੱਡ ਗਵਰਨੈਂਸ ਦੇ ਉੱਤੇ, ਇਮੋਸ਼ਨਲ ਇੰਟੈਲੀਜੈਂਸ ਦੇ ਉੱਤੇ, ਪਬਲਿਕ ਸਪੀਕਿੰਗ ਸਕਿੱਲਸ ਦੇ ਉੱਤੇ, ਜਿਹੜਾ ਅਸੀਂ ਕਈ ਪਲੇਟਫਾਰਮ ਤੇ ਡਿਸਕਸ ਕੀਤਾ ਬੱਚਿਆਂ ਨਾਲ, ਟੀਚਰਸ ਦੇ ਨਾਲ, ਕਮਿਊਨੀਕੇਸ਼ਨ ਸਕਿੱਲਸ ਦੇ ਉੱਤੇ, ਮੈਡੀਟੇਸ਼ਨ ਦੇ ਉੱਤੇ ਇਹਨਾਂ ਨੇ ਲੈਕਚਰ ਲਿਆ। ਸੋ ਹੀ ਹੈਜ਼ ਇੰਸਪਾਇਰਡ ਲੋਟ ਆਫ ਯੂਥ। ਇਹਨਾਂ ਦਾ ਇੱਕ ਨਾਵਲ ਰਿਹਾ ਮੂਵ ਔਨ ਬਨੀ, ਐਂਡ ਦੁਬੇ ਜੀ ਬਾਉਂਸਿਸ ਬੈਕ। He writes a fortnightly column, random forays for the Hindustan Times also. ਤੇ ਨਵੀਂ ਇਹਨਾਂ ਦੀ ਬੁੱਕ ਹੈਗੀ ਹੈ ਫਾਈਂਡਿੰਗ ਸਕਸੈਸ ਵਿਦਿਨ 52 ਲਾਈਫ ਸਕਿੱਲਸ। ਸਰ DC ਪੰਚਕੂਲਾ ਰਹਿ ਚੁੱਕੇ ਆ। ਸੋ ਕਿਨੂ ਜੀ, ਇਹਨਾਂ ਦੀ ਬੁੱਕ ਦਾ ਤੁਸੀਂ ਸ਼ੇਅਰ ਕੀਤਾ ਇੱਥੇ ਸਕਰੀਨ, ਆਈ ਥਿੰਕ। ਜੀ ਸਰ ਜੀ। ਹਾਂ, ਸੋ ਅੱਜ ਦਾ ਜਿਹੜਾ ਲੈਕਚਰ ਹੈ ਉਹ ਪ੍ਰਾਇਮਰਲੀ ਸਰ ਸਾਡੇ ਯੂਥ ਨੂੰ ਐਡਰੈਸ ਕਰਦੇ ਹੋਏ ਇਸੇ ਦੇ ਉੱਤੇ ਹੋਏਗਾ। ਔਰ ਜਿਵੇਂ ਸਰ ਅਸੀਂ ਮੈਂ ਆਪਣੀ ਇੰਟਰੋਡਕਸ਼ਨ ਚ ਦੱਸ ਰਿਹਾ ਸੀਗਾ ਕਿ ਵੀ ਆਰ ਫਰੋਮ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ। ਅੱਜ ਦੀ ਆਡੀਅנס ਦੇ ਵਿੱਚ ਸਾਡੇ ਨਾਲ ਮੈਕਸਿਮਮ ਸਰ ਸਾਡੇ ਜਿਹੜੇ ਲੈਕਚਰਰਸ, ਇੰਸਟਰਕਟਰਸ ਜੁੜੇ ਹੋਏ ਆ, ਔਰ ਉਸ ਦੇ ਨਾਲ ਜਿਹੜੇ ਬੱਚੇ ਸਰ, ਯੂ ਵੁੱਡ ਬੀ ਵੈਰੀ ਗਲੈਡ ਟੂ ਨੋ ਕਿ ਅਸੀਂ ਡਿਊਰਿੰਗ ਦਿਸ ਡਿਫਿਕਲਟ ਟਾਈਮ, ਕੋਵਿਡ ਟਾਈਮ ਦੇ ਵਿੱਚ we have imparted around 500 lectures online। ਔਰ ਇਹ ਜਿਹੜੇ ਲੈਕਚਰਰ ਸਾਡੇ ਨਾਲ ਜੁੜੇ ਆ, ਇਹਨਾਂ ਨੇ ਹੀ 500 ਲੈਕਚਰ ਸਰ ਵਿਦ ਵੈਰੀ ਗੁੱਡ PPTs, ਔਰ ਉਹ ਜਿਹੜਾ ਇਹ ਔਖਾ ਟਾਈਮ ਵੀ ਬੱਚਿਆਂ ਦੇ ਲਈ ਇੰਨਾ ਸੌਖਾ ਔਰ ਇੰਨਾ ਮਿਹਨਤ ਭਰਿਆ ਕਰਤਾ। ਔਰ ਇਹ ਜਿਹੜੇ ਲੈਕਚਰਸ ਹੈ ਸਰ, ਸਾਡਾ ਇੱਕ ਨਿੰਮੀ ਨੈਸ਼ਨਲ ਇੰਸਟੀਚਿਊਟ ਫਾਰ ਮੀਡੀਆ ਇੰਸਟਰਕਸ਼ਨਸ, ਗਵਰਨਮੈਂਟ ਆਫ ਇੰਡੀਆ ਦੀ ਇੰਸਟੀਟਿਊਸ਼ਨ ਹੈ। ਐਜ਼ ਯੂ ਨੋ, ਅਰਲੀਅਰ ਇਟ ਯੂਜ਼ਡ ਟੂ ਬੀ ਡਾਇਰੈਕਟਰ ਜਨਰਲ ਆਫ ਐਮਪਲੋਇਮੈਂਟ ਐਂਡ ਟ੍ਰੇਨਿੰਗ। Now it is the DGT, Director General Training, under Ministry of Skill Development। ਉਹਨਾਂ ਦੀ prestigious institution ਹੈ sir for developing media related instructions। ਉਸ ਦੇ ਉੱਤੇ ਸਰ ਲਾਈਵ ਟੈਲੀਕਾਸਟ ਵੀ ਹੁੰਦੇ ਆ, ਔਰ ਉਸ ਦੇ ਉੱਤੇ ਰਿਕਾਰਡਡ ਲੈਕਚਰਸ ਜਿਹੜੇ ਹੈ ਉਹ ਸਾਡੇ ਇਹ ਸਾਰੇ ਦੇ ਸਾਰੇ ਲੈਕਚਰਸ ਉੱਤੇ ਅਵੇਲੇਬਲ ਹੈਗੇ ਆ ਸਰ। ਸੋ ਐਜ਼ ਨਿਊ ਐਜੂਕੇਸ਼ਨ ਪਾਲਿਸੀ ਸਰ, ਮੈਂ 2 ਮਿੰਟ ਇਹਦੇ ਵਿੱਚ ਲੇਟ ਹੋ ਗਿਆ, ਮੈਂ ਸ਼ਾਇਦ ਤੁਹਾਨੂੰ ਵੀ ਲਿੰਕ ਭੇਜਿਆ ਸੀਗਾ। Today we conducted one lecture on national education policy। ਜਿਵੇਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਸਰ ਤੁਸੀਂ ਤਾਂ ਬਹੁਤ ਵਧੀਆ ਬੋਲ ਸਕਦੇ ਹੋ। ਸੋ ਉਹਦੇ ਵਿੱਚ ਵੀ ਆਨਲਾਈਨ ਐਜੂਕੇਸ਼ਨ ਨੂੰ ਉਹਨਾਂ ਨੇ ਪ੍ਰਾਇੋਰਿਟੀ ਦਿੱਤੀ ਹੈ, ਔਰ ਉਸ ਦੇ ਵਿੱਚ ਉਹਨਾਂ ਨੇ ਸਕਿੱਲ ਡਿਵੈਲਪਮੈਂਟ ਨੂੰ ਬਹੁਤ ਜ਼ਿਆਦਾ ਪ੍ਰਾਇੋਰਿਟੀ ਦਿੱਤੀ ਹੈ। ਤੇ ਉਹਦੇ ਵਿੱਚ ਸਾਡਾ ਡਿਪਾਰਟਮੈਂਟ ਸਰ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਜਿਸ ਤਰ੍ਹਾਂ ਉਹਨਾਂ ਨੇ ਲੈਂਗੁਏਜ ਦੇ ਉੱਤੇ ਵੀ ਆਪਣੀ ਮਦਰ ਟੰਗ ਨੂੰ ਵਧਾਵਾ ਦਿੱਤਾ, ਤੇ ਅਸੀਂ ਇਹ ਡਿਪਾਰਟਮੈਂਟ ਦੇ ਵਿੱਚ ਸਰ ਪੰਜਾਬੀ ਚੈਨਲ ਦੇ ਨਾਮ ਦੇ ਉੱਤੇ ਸਾਡੇ ਇੰਸਟਰਕਟਰਸ ਜਾਂ ਜਿਹੜੇ ਐਕਸਪਰਟਸ ਹੈਗੇ ਆ, ਲੈਕਚਰਰ ਹੈਗੇ, ਪਹਿਲਾਂ ਥੋੜੇ ਰੈਜ਼ਿਸਟੈਂਟ ਸੀਗੇ ਕਿ ਅਸੀਂ ਉਹ ਨੈਸ਼ਨਲ ਪਲੇਟਫਾਰਮ ਤੇ ਲੈਕਚਰ ਲੈਣਾ ਹੈ, ਬਟ ਵੀ ਸਟਾਰਟਡ ਡਿਲੀਵਰਿੰਗ ਥੀਸ ਲੈਕਚਰਸ ਔਨ ਨੈਸ਼ਨਲ ਪਲੇਟਫਾਰਮ। ਸੋ ਇਸ ਗਰੁੱਪ ਦੇ ਵਿੱਚ ਸਾਡੇ ਨਾਲ ਨੈਸ਼ਨਲ ਲੈਵਲ ਤੋਂ ਵੀ ਸਰ ਪਾਰਟਿਸਿਪੈਂਟਸ ਜੁੜੇ ਹੋਏ ਆ। So I would request you, I would hand over to you sir, and I welcome you with a very warm heart and thank you for a great time sir। ਤੇ ਮੈਂ ਤੁਹਾਨੂੰ ਚਾਹਾਂਗਾ ਸਰ ਤੁਸੀਂ ਆਪਣੀਆਂ ਸਕਿੱਲਸ ਜਿਹੜੀਆਂ ਤੁਸੀਂ ਆਪਣੇ ਇਸ ਬੁੱਕ ਦੇ ਵਿੱਚ ਹੀ ਜਿਹੜੀਆਂ 52 ਲਾਈਫ ਸਕਿੱਲਸ ਸਾਡੇ ਯੂਥ ਨਾਲ ਸਾਂਝੀਆਂ ਕਰੋ, ਸਾਡੇ ਬੱਚਿਆਂ ਨਾਲ, ਔਰ ਸਾਡੇ ਇੰਸਟਰਕਟਰਸ ਨਾਲ, ਸਾਡੇ ਟੀਚਰਸ, ਸਾਡੇ ਲੈਕਚਰਰ ਨਾਲ ਸਾਂਝੀਆਂ ਕਰੋ, ਤਾਂ ਕਿ ਇਹਦਾ ਲਾਹਾ ਲਾ ਕੇ ਅਸੀਂ ਇਹ ਪੰਜਾਬੀ ਲੈਂਗੁਏਜ ਦੇ ਵਿੱਚ ਕਰਦੇ ਹਾਂ ਸਰ, ਬਟ ਐਜ਼ ਯੂ ਆਰ ਕੰਫਰਟੇਬਲ ਯੂ ਕੈਨ ਡੂ ਇਟ ਇਨ ਇੰਗਲਿਸ਼ ਔਰ ਹਿੰਦੀ, ਇਨ ਐਨੀ ਲੈਂਗੁਏਜ ਯੂ ਲਾਈਕ ਸਰ, ਪਲੀਜ਼ ਸਰ। ਥੈਂਕ ਯੂ very much। Over to Mr. Vivek Atri। Thank you, Vijender ji. Thank you, Vijender ji. Thank you for the introduction and welcome। मैं थोड़ी जी पंजाबी बोलांगा, थोड़ी जी हिंदी, फिर माड़ी जी इंग्लिश भी बोलांगा। पंजाबी ज़्यादा स्ट्रेंथ नहीं है मेरी, पर फिर भी जिन्नी मैं बोल सकता हूँ उतनी मैं ज़रूर बोलांगा। I know there are people from all over India, so I will also mix a bit of English and so now this topic is very interesting। 52 life skills, 52 skills ਜਿਹੜੇ ਸਾਨੂੰ ਚਾਹੀਦੇ ਨੇ ਸਕਸੈਸਫੁਲ ਹੋਣ ਵਾਸਤੇ। ਤੇ ਜਿਹੜਾ ਜੀਵਨ ਦਾ ਗੋਲ ਹੈ, ਮਕਸਦ ਕੀ ਹੈ, ਇਹ ਪਹਿਲਾਂ ਅਸੀਂ ਡਿਸਕਸ ਕਰ ਲਈਏ।
ਮਕਸਦ ਜਿਹੜਾ ਸਾਡੀ ਐਜੂਕੇਸ਼ਨ ਦਾ ਤੇ ਕੈਰੀਅਰ ਦਾ ਹੁੰਦਾ ਹੈ, ਉਹ ਅਸਲ 'ਚ ਸਕਸੈਸ ਨਹੀਂ ਹੁੰਦਾ, ਉਹ ਹੈ ਇਨਰ ਹੈਪੀਨੈਸ, ਇਨਰ ਪੀਸ, ਇਨਰ ਹੈਪੀਨੈਸ, ਟਰੂ ਹੈਪੀਨੈਸ, ਜਿਹੜਾ ਜੋਏ ਹੈ, ਜਿਹੜਾ ਬਲਿਸ ਹੈ, ਜਿਹੜੀ ਹੈਪੀਨੈਸ ਹੈ, ਉਹ ਸਾਡਾ ਗੋਲ ਹੈ। ਤੇ ਜਿਹੜੇ ਲਾਈਫ ਸਕਿੱਲ ਸਾਨੂੰ ਚਾਹੀਦੇ ਨੇ ਸਕਸੈਸ ਵਾਸਤੇ ਤੇ ਹੈਪੀਨੈਸ ਵਾਸਤੇ, ਉਹ ਇੱਕੋ ਜਿਹੇ ਨੇ। when you are happy then you are successful, otherwise there is no point. ਡੋਨਲਡ ਟਰੰਪ ਪ੍ਰੈਜ਼ੀਡੈਂਟ ਨੇ USA ਦੇ, ਤੇ ਅਸੀਂ ਜੇ ਕਹੀਏ ਕਿ ਜ਼ਿਆਦਾ ਖੁਸ਼ ਨਜ਼ਰ ਨਹੀਂ ਆਉਂਦੇ ਤਾਂ ਕੋਈ ਗਲਤ ਗੱਲ ਨਹੀਂ ਹੋਏਗੀ। ਡੋਨਲਡ ਟਰੰਪ ਸਭ ਤੋਂ ਪਾਵਰਫੁਲ ਵਿਅਕਤੀ ਨੇ ਪਲੈਨਟ ਦੇ, ਪੂਰੇ ਵਿਸ਼ਵ ਦੇ, ਲੇਕਿਨ ਜ਼ਿਆਦਾ ਕੋਈ ਖੁਸ਼ੀ ਉਹਨਾਂ ਦੇ ਚਿਹਰੇ ਤੇ ਝਲਕਦੀ ਨਹੀਂ। ਕਿਉਂ? ਕਿਉਂਕਿ ਜਿਹੜਾ ਪਾਵਰ ਹੈ, ਸਟੇਟਸ ਹੈ, ਮਨੀ ਹੈ, ਜਿਹੜੇ ਫੇਮ ਹੈ, ਫੇਮ ਇਜ਼ ਆਲਸੋ, ਜਿਹੜੇ ਫੇਮਸ ਹੁੰਦੇ ਨੇ ਲੋਕ, ਵੈਲ ਨੋਨ ਹੁੰਦੇ ਨੇ, ਉਹ ਵੀ ਆਣਾ ਜਾਣਾ ਹੈ ਤੇ ਪਰਮਾਨੈਂਟ ਨਹੀਂ। ਤੇ ਜੇ ਅਸੀਂ ਡੋਨਲਡ ਟਰੰਪ ਨੂੰ ਨਹੀਂ ਖੁਸ਼ ਦੇਖ ਸਕਦੇ, ਮਤਲਬ ਕਿ ਜਿਹੜੇ richest of the rich ਹੈਗੇ, ਬਿਲ ਗੇਟਸ, ਜੈਫ ਬੀਜ਼ੋਸ। ਜੈਫ ਬੀਜ਼ੋਸ is the founder of Amazon। ਜੈਫ ਬੀਜ਼ੋਸ ਵੀ ਜ਼ਿਆਦਾ ਨਹੀਂ ਮੁਸਕਰਾਉਂਦੇ। ਬਿਲ ਗੇਟਸ ਫਿਰ ਵੀ ਜ਼ਰਾ ਲੱਗਦੇ ਨੇ ਬਈ ਠਹਿਰੇ ਹੋਏ ਇਨਸਾਨ ਨੇ, ਚੈਰੀਟੇਬਲ ਐਕਟੀਵਿਟੀਜ਼ ਕਰਦੇ ਨੇ, ਦੂਜਿਆਂ ਦੀ ਮਦਦ ਕਰਦੇ ਨੇ, ਤੇ ਉਹਨਾਂ ਦਾ ਕਾਫੀ ਇਮੋਸ਼ਨਲ ਇੰਟੈਲੀਜੈਂਸ ਸਟਰੋਂਗ ਹੈ, ਕਾਫੀ ਰੁਝਾਨ ਪੋਜ਼ਿਟਿਵ ਹੈ, ਲੇਕਿਨ ਉਹਦਾ ਕੋਈ ਲਿੰਕ ਉਹਨਾਂ ਦੀ ਵੈਲਥ ਦੇ ਨਾਲ ਨਹੀਂ। how rich you are and how happy you are, how pleasing a personality you are, there is no connection. Your wealth and your happiness has no direct connection. Why? I will prove it to you. फर्ज करो या सोचो कि तुसी बड़े लॉटरी निकल गई, अमीर हो गए, मकान वड्डा बना लिता, ते गड्डी भी चंगी लिती, ते पूरे विश्व तुसी फ्लाई कर रहे हो, कदे अमेरिका जा रहे हो, कदे कनेडा जा रहे हो, लॉकडाउन भी खत्म हो चुका है, ते तुसी मतलब टॉप ऑफ द वर्ल्ड, फाइनेंशियली यू आर एब्सोल्युटली ऑन टॉप ऑफ द वर्ल्ड। लेकिन जड़ा अंदर दी खुशी है वो किदां आंदी है? परमानेंट हैप्पीनेस that comes from within, that attitude within your family relationships je nahi tusi nibha sakde te change relationship nahi kar sakde, ਤਾਂ ਫਿਰ ਉਹ ਜਿਹੜੀ ਜਿੰਨੇ ਵੀ ਤੁਹਾਡੇ ਅਕੰਪਲਿਸ਼ਮੈਂਟਸ ਨੇ, ਰਿਚਸ ਨੇ, ਗੱਡੀਆਂ ਨੇ ਤੇ ਟਰੈਵਲ ਹੈ, ਉਹਦਾ ਕੋਈ ਫਾਇਦਾ ਨਹੀਂ। ਤੇ ਪੀਸ ਜਿਹੜਾ ਹੈ, ਕਾਮਨੈਸ, ਪੀਸ, ਸ਼ਾਂਤੀ, ਮਨ ਦੀ ਸ਼ਾਂਤੀ, ਅੰਦਰੂਨੀ ਜਿਹੜੀ ਖੁਸ਼ੀ ਹੈ, ਉਹ ਕਿੱਥੇ, ਉਹ ਕਿੱਥੋਂ ਆਉਂਦੀ ਹੈ? ਜਦੋਂ ਤੁਸੀਂ ਅੱਜ ਕੱਲ ਕਾਫੀ ਸੀਜ਼ਨ ਚੱਲ ਰਿਹਾ ਮੈਂਗੋਜ਼ ਦਾ, ਲੰਗੜਾ ਮੈਂਗੋ, ਚੌਸਾ ਮੈਂਗੋ, ਜਦੋਂ ਤੁਸੀਂ ਮੈਂਗੋ ਖਾਂਦੇ ਹੋ ਤਾਂ ਫਿਰ ਲੱਗਦਾ ਹੋਗਾ ਕਾਫੀ ਚੰਗੇ ਫੀਲ ਕਰਦੇ ਹੋ, ਚੌਸਾ ਮੈਂਗੋ ਖਾ ਕੇ, ਕੋਈ ਵੀ ਮੈਂਗੋ ਖਾ ਕੇ ਚੰਗਾ ਫੀਲ ਕਰਦੇ ਹੋ, ਕੋਈ ਬੜਾ ਸੰਤੁਸ਼ਟੀ ਆ ਗਈ। ਇੱਕ ਹੋਰ ਮੈਂਗੋ ਖਾ ਕੇ ਵੇਖੋ, ਫਿਰ ਹੋਰ ਸੰਤੁਸ਼ਟੀ ਆ ਜਾਏਗੀ। ਜੇ 5-6 ਮੈਂਗੋ ਖਾ ਲੋਗੇ ਤਾਂ ਫਿਰ ਜਿਹੜਾ ਨੈਕਸਟ ਮੈਂਗੋ ਹੈ ਉਹ ਉਨੀ ਖੁਸ਼ੀ ਨਹੀਂ ਦੇਗਾ ਜਿੰਨੇ ਪਹਿਲੇ 3-4 ਮੈਂਗੋ ਦੇ ਗਏ। ਯਾਨੀ ਕਿ ਜਿਹੜੀ ਮਟੀਰੀਅਲ ਲਾਈਫ ਹੈ, ਇਹਦਾ ਜਿਹੜਾ ਰਿਟਰਨਸ ਨੇ ਉਹ ਟੈਂਪਰਰੀ ਨੇ, ਡਿਮਿਨਿਸ਼ਿੰਗ ਰਿਟਰਨਸ। ਜਿਹੜੇ ਇਕਨੋਮਿਕਸ ਜਾਣਦੇ ਨੇ ਉਹ ਜਾਣਦੇ ਨੇ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ, ਮਾਰਜਨਲ ਯੂਟਿਲਿਟੀ। ਮਤਲਬ ਕਿ ਕੋਈ ਵੀ ਚੀਜ਼ ਸਾਨੂੰ ਪਰਮਾਨੈਂਟ ਹੈਪੀਨੈਸ ਨਹੀਂ ਦੇ ਸਕਦੀ। ਚਾਕਲੇਟ, ਮੈਂਗੋ, ਪਾਣੀ ਪੂਰੀ, ਗੋਲ ਗੱਪੇ, ਪਾਪੜੀ ਚਾਟ, ਛੋਲੇ ਭਟੂਰੇ ਵੀ ਨਹੀਂ। ਥੋੜੀ ਦੇਰ ਵਾਸਤੇ ਤੁਸੀਂ ਖੁਸ਼ ਰਹੋਗੇ। ਇਹਦਾ ਮਤਲਬ ਇਹ ਹੈ ਅਸੀਂ ਕਿੱਥੇ ਅਸੀਂ ਸਰਚ ਕਰਨੀ ਹੈ ਹੈਪੀਨੈਸ ਦੀ, ਉਹ ਸਾਡੇ ਅੰਦਰ ਹੈ। ਇਹ ਜਿਹੜੇ 52 ਲਾਈਫ ਸਕਿੱਲਸ ਨੇ, ਇਹਨਾਂ ਦੇ ਰਾਹੀਂ ਅਸੀਂ ਕਾਫੀ ਖੁਸ਼ੀ ਮਹਿਸੂਸ ਕਰ ਸਕਦੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ 7 C's ਦੱਸਾਂਗਾ, 7 C's ਫॉर हैप्पीनेस एंड सक्सेस। ਵਿਵੇਕ ਆਤਰੇ ਮੇਰਾ ਨਾਮ ਹੈ ਤੇ ਮੇਰੇ ਜਿਹੜੇ ਵੀਡੀਓ ਨੇ YouTube ਤੇ ਉੱਥੇ ਵੀ ਇਹ ਮਿਲ ਜਾਏਗਾ ਤੁਹਾਨੂੰ। YouTube ਜਾ ਕੇ ਵਿਵੇਕ ਆਤਰੇ ATRAY ਸਰਚ ਕਰਨਾ ਤੇ ਮੈਂ ਉੱਥੇ ਕਾਫੀ 25 ਲੱਖ ਵਿਊਜ਼ ਜਿੱਦਾਂ ਦਵਨ ਸਾਹਿਬ ਨੇ ਤੁਹਾਨੂੰ ਦੱਸਿਆ ਮੇਰੇ ਨੇ। ਪਹਿਲਾ C ਹੈ ਜਿਹੜਾ ਤੁਹਾਨੂੰ ਚਾਹੀਦਾ ਹੈ, ਉਹ ਹੈ ਕਰੇਜ। C ਫॉर ਕਰੇਜ। ਕਰੇਜ ਦਾ ਮਤਲਬ ਹੈ ਨਿਡਰ ਹੋਣਾ। ਨਿਡਰ ਹੋਣ ਦਾ ਮਤਲਬ ਹੈ ਕਿ ਜਿਹੜੇ ਫੀਅਰਸ ਨੇ, ਜਿਹੜੇ ਵਰੀਜ਼ ਨੇ, ਜਿਹੜੀ ਚਿੰਤਾ ਹੈ, ਉਹਨੂੰ ਪਛਾੜਨਾ। ਅੰਦਰ ਸਾਡੇ ਕਾਫੀ ਕੁਝ ਚੱਲਦਾ ਰਹਿੰਦਾ ਹੈ ਦਿਮਾਗ 'ਚ। ਓਵਰ ਥਿੰਕਿੰਗ ਅਸੀਂ ਕਰਦੇ ਰਹਿੰਦੇ ਹਾਂ। ਓਵਰ ਥਿੰਕਿੰਗ ਜਿਹੜੀ ਹੈ ਮਾਡਰਨ ਬਿਮਾਰੀ ਹੈ।
2020 ਚ ਅਸੀਂ ਸਾਰੇ ਓਵਰ ਥਿੰਕਿੰਗ ਕਰ ਰਹੇ ਹਾਂ। ਜਿਹੜਾ ਫੋਨ ਹੈ ਇਹ ਹਮੇਸ਼ਾ ਔਨ ਰਹਿੰਦਾ ਹੈ, ਇਹ ਵੀ ਕੁਝ ਨਾ ਕੁਝ ਸਾਨੂੰ ਦੱਸਦਾ ਰਹਿੰਦਾ ਹੈ, ਕਾਫੀ ਕੁਝ ਜਿਹੜਾ ਸਾਨੂੰ ਨਹੀਂ ਚਾਹੀਦਾ ਉਹ ਵੀ ਦੱਸਦਾ ਰਹਿੰਦਾ ਹੈ। ਤੇ ਜਿਹੜੀ ਟੀਵੀ ਨਿਊਜ਼ ਹੈ, ਡਿਬੇਟ ਹੈ, ਫਲਾਣਾ ਹੈ, ਦੇ ਆਰ ਆਲਵੇਜ਼ ਔਨ। ਟੀਵੀ ਤੁਸੀਂ ਆਫ ਕਰ ਲਓ ਤੇ ਫੋਨ ਵੀ ਆਫ ਕਰ ਲਓ, ਲੇਕਿਨ ਤੁਹਾਡਾ ਮਾਈਂਡ ਆਫ ਨਹੀਂ ਹੁੰਦਾ ਜਦ ਤੱਕ ਤੁਸੀਂ ਸੋ ਨਹੀਂ ਜਾਂਦੇ। ਤੇ ਜਿਹੜਾ ਮਾਈਂਡ ਹੈ ਇਹਨੂੰ ਰੈਸਟ ਦੀ ਲੋੜ ਹੈ। ਇਹਦੇ ਜਿਹੜੇ ਫੀਅਰ, ਵਰੀਜ਼, ਨੈਗੇਟਿਵਿਟੀ ਹੈ, ਇਹਨਾਂ ਨੂੰ ਤੁਸੀਂ ਥੋੜੀ ਦੇਰ ਵਾਸਤੇ ਉਹਨਾਂ ਨੂੰ ਰਿਕੁਐਸਟ ਕਰੋ ਵੀ ਤੁਸੀਂ ਜ਼ਰਾ ਆਰਾਮ ਕਰੋ, ਮੈਂ ਵੀ ਆਰਾਮ ਕਰਨਾ। ਇਹ ਜਿਹੜਾ ਵਰੀ, ਫੀਅਰ ਹੈ, ਇਹਨਾਂ ਨੂੰ ਜ਼ਿਆਦਾ ਤੁਸੀਂ ਵੈਲਕਮ ਨਾ ਕਰੋ, ਇਹਨਾਂ ਨੂੰ ਜ਼ਿਆਦਾ ਨਾ ਮਾਈਂਡ ਚ ਲਾਓ। ਜ਼ਿਆਦਾ ਸੋਚ ਕੇ ਉਹ ਉਹਨਾਂ ਚੀਜ਼ਾਂ ਦੇ ਬਾਰੇ ਅਸੀਂ ਸੋਚਦੇ ਰਹਿੰਦੇ ਨੇ ਜਿਹੜੀਆਂ ਕਿ ਹੋਣੀ ਵੀ ਨਹੀਂ ਹੈ। ਇਹ ਨਾ ਹੋ ਜਾਏ, ਉਹ ਨਾ ਹੋ ਜਾਏ, ਦਿਸ ਮੇ ਗੋ ਰੋਂਗ, ਦੈਟ ਮੇ ਗੋ ਰੋਂਗ, ਉਹ ਨਹੀਂ ਹੋਣਾ ਕੁਝ ਵੀ। ਪਤਾ ਨਹੀਂ ਜॉब ਮਿਲੇਗੀ ਨਹੀਂ ਮਿਲੇਗੀ, ਮਿਲ ਜਾਏਗੀ। ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ, ਮਿਹਨਤ ਕਰੋ। courage is more important. C for courage, number 1. Number 2, C for character. Character ਕੀ ਹੈ? Character ਹੈ ਜਦੋਂ ਕੋਈ ਨਹੀਂ ਵੇਖ ਰਿਹਾ ਤਦ ਤੁਸੀਂ ਕੀ ਕਰ ਰਹੇ? ਜਦੋਂ ਕੋਈ ਮੰਮੀ ਨਹੀਂ ਵੇਖ ਰਹੀ, ਪੁਲਿਸ ਨਹੀਂ ਵੇਖ ਰਹੀ, ਮੈਮ ਸਰ ਨਹੀਂ ਵੇਖ ਰਹੇ, ਵੱਡੇ ਜਿਹੜੇ ਭੈਣ ਭਾਈ ਨੇ ਉਹ ਨਹੀਂ ਵੇਖ ਰਹੇ, ਤੇ ਤੁਸੀਂ ਕੀ ਕਰ ਰਹੇ ਹੋ ਉਸ ਵੇਲੇ? क्या तुसी कोई गलत कर रहे हो, कोई झूठ बोल रहे हो, कुछ चोरी कर रहे हो या कोई गलत काम कर रहे हो? असी ह्यूमन ने, इंसान ने, गलतियां इंसान तो ही होंदियां ने, ते कदे कदे कुछ गलत कर भी लिता, कोई गल नहीं। लेकिन कैरेक्टर का मतलब है कि जड़ा रेड लाइट है ते असी रेड लाइट ते रुकना है, रूल है। कोई पुलिस वाला नहीं खड़ा तां भी असी रेड लाइट ते रुक गए। ਹੁੰਦਾ ਨਹੀਂ ਹੈ ਪੰਜਾਬ ਹਰਿਆਣੇ ਚ ਜਾਂ ਚੰਡੀਗੜ੍ਹ ਚ ਵੀ, ਚੰਡੀਗੜ੍ਹ ਚ ਹੁੰਦਾ ਹੈ ਥੋੜਾ ਬਹੁਤ। ਰੈਡ ਲਾਈਟ ਚ ਕੋਈ ਨਹੀਂ ਖੜਿਆ ਪੁਲਿਸ ਵਾਲਾ, ਲੇਕਿਨ ਤੁਸੀਂ ਰੁਕ ਗਏ। ਕੈਰੈਕਟਰ, ਇਹ ਕੈਰੈਕਟਰ ਹੈ। ਤੇ ਜਿਹੜਾ ਕੈਰੈਕਟਰ ਹੈ ਉਹ ਤੁਹਾਨੂੰ ਦੱਸਦਾ ਹੈ ਵੀ ਤੁਸੀਂ ਗਲਤ ਹੋ ਜਾਂ ਸਹੀ। ਅਲਟੀਮੇਟਲੀ ਹੂ ਆਰ ਵੀ ਆਨਸਰੇਬਲ ਟੂ? ਕਿਹਨੂੰ ਜਵਾਬ ਦੇਣਾ ਹੈ ਅਸੀਂ? ਅਲਟੀਮੇਟਲੀ ਅਸੀਂ ਮੰਮੀ ਪਾਪਾ ਨੂੰ ਨਹੀਂ ਜਵਾਬ ਦੇਣਾ। ਅਲਟੀਮੇਟਲੀ ਜਿਹੜਾ ਜੀਵਨ ਦਾ ਰਿਜ਼ਲਟ ਹੈ ਆਪਣੇ ਆਪ ਨੂੰ ਹੀ ਜਵਾਬ ਦੇਣਾ। ਸਾਡਾ ਜਿਹੜਾ ਗਿਰੇਬਾਨ ਹੈ, ਸਾਡਾ ਜਿਹੜਾ ਕੌਨਸ਼ੀਅੰਸ ਹੈ, ਉਹ ਕੌਨਸ਼ੀਅੰਸ ਸਾਡੇ ਨਾਲ ਹੋਣਾ ਚਾਹੀਦਾ ਕਿ ਅਸੀਂ ਕੋਈ ਸਹੀ ਕੰਮ ਕੀਤਾ ਤੇ ਤੁਹਾਨੂੰ ਪਤਾ ਹੈ ਕਿ ਸਹੀ ਕੀਤਾ, ਗਲਤ ਕੰਮ ਕੀਤਾ ਉਹ ਵੀ ਪਤਾ ਹੈ ਤੁਹਾਨੂੰ। ਤਾਂ ਕੈਰੈਕਟਰ ਤੁਹਾਨੂੰ ਦੱਸਦਾ। ਲੇਕਿਨ ਆਫ ਕੋਰਸ ਵੀ ਆਰ ਨਾਟ ਪਰਫੈਕਟ। ਮੈਂ ਇਹ ਨਹੀਂ ਕਹਿ ਰਿਹਾ ਕਿ ਜੇ ਤੁਸੀਂ ਗਲਤੀਆਂ ਕਰਦੇ ਹੋ ਤੇ ਤੁਸੀਂ ਬੜੇ ਖਰਾਬ ਇਨਸਾਨ ਹੋ, ਇਹ ਨਹੀਂ ਹੈ। ਸਾਰੇ ਇਨਸਾਨ ਜਿਹੜੇ ਨੇ ਉਹ ਗਲਤੀ ਹੀ ਕਰਦੇ ਨੇ। ਅਸੀਂ ਹਿਊਮਨ ਨੇ, ਇਨਸਾਨ ਨੇ, ਇਨਸਾਨ ਗਲਤੀ ਕਰਦਾ ਹੈ, लेकिन सानू इंप्रूव होना है, कैरेक्टर नु इंप्रूव करना है। झूठ नहीं बोलना, गलत काम नहीं करना, चोरी नहीं करनी, ये कैरेक्टर है। ते किसी नु हेल्प करना भी कैरेक्टर है, दूजिया नु। C for character, number 2. Number 3 is C for creativity. Creativity दा की मतलब है रचनात्मक होना, कोई नवी चीज करना। म्यूजिक, आर्ट, लिटरेचर, पोएट्री, कविता लिखना, सिंगिंग, डांसिंग, फोटोग्राफी, ये क्रिएटिविटी। जेड़ा चार्टर्ड अकाउंटेंट है, जेड़े कंप्यूटर के सामने बैठे ने, उन्हां दा भी, उन्हां दी लाइफ च भी स्कोप है कि कुछ ना कुछ क्रिएटिव वो कर सकते। जे वो शाम नू गिटार बजांदे ने या किथे जाके भंगड़ा प्रैक्टिस करते ने, तां एदा मतलब है कि उन्हां दी लाइफ च भी कंप्यूटर के अलावा, नंबर गेम के अलावा बिना कोई क्रिएटिव चीज है। ये क्रिएटिविटी थोड़ी लाइफ का हिस्सा बनना चाहिए। जेड़ा राइट साइड ऑफ द ब्रेन है, राइट साइड ऑफ द ब्रेन हेल्प्स इन क्रिएटिविटी, लेफ्ट साइड ऑफ द ब्रेन हेल्प्स इन लॉजिक। लॉजिकल थिंकिंग जेड़ा मैथमेटिकल कैलकुलेशन है, टाइम वेखना, उथे समय पे पहुंच जाना या कोई सामान इकट्ठा करना, पैकिंग करनी, ये सारा लॉजिकल थिंकिंग है लेफ्ट साइड ऑफ द ब्रेन। राइट साइड ऑफ द ब्रेन थानू दसदा है क्रिएटिविटी, यानी कि आज कुछ नवा करना। जेड़ा काम है, जेड़ी पढ़ाई है, ਉਹਦੇ ਵਿੱਚ भी कुछ नया तरीका कि आज मैं इदा पढ़ना है कि ये नोट्स इदा बनाने ने, या कोई फॉर्मूला बना लेना है याद करने वास्ते कोई चीज, या कोई म्यूजिक ला देना है नाल दे नाल। क्रिएटिविटी लाओ लाइफ दे विच। ਇਹ ਲਾਈਫ 'ਚ ਜਿਹੜੇ ਕ੍ਰੀਏਟਿਵ ਬੰਦੇ ਨੇ ਉਹ ਹਮੇਸ਼ਾ ਸਕਸੈਸਫੁਲ ਨੇ। ਸਕਸੈਸ ਉਹਨਾਂ ਨੂੰ ਆਉਂਦੀ ਹੈ ਤੇ ਖੁਸ਼ੀ ਵੀ ਮਿਲਦੀ ਹੈ ਕਿ ਮੈਂ ਕੋਈ ਨਵੀਂ ਚੀਜ਼ ਕੀਤੀ।
मेरी पंजाबी ठीक चल रही है? ज्यादा कोई बिल्कुल ठीक सर, बहुत बढ़िया, चलो बहुत ठीक बढ़िया। द वे यू आर कंफर्टेबल, जिवें मर्जी चलो सर। ठीक है ठीक है। सी फॉर कैरेक्टर। नेक्स्ट इज सी फॉर कामनेस। कामनेस का मतलब है मन की शांति, शांत मन। रेस्टलेस बंदे उन्होंने मतलब उत्तेजित हमेशा, वो यार जल्दी करो जल्दी करो, ये की हो रहा है, वो की हो रहा है, वो ना हो जाए, वो ना आ जाए, ਅਸੀਂ ये करना है, हुण ये करना है, हुण ये करना है, हुण ये करना है। मतलब कि रेस्टलेस दिमाग भी रेस्टलेस, बॉडी भी रेस्टलेस ते हेल्थ भी खराब। क्योंकि ज्यादा रेस्टलेस माइंड एंड बॉडी they lead to tensions in the body and stress, and our bodily cells also become disturbed। यानी कि सानू जेड़ा शांत मन है वो हेल्प करता है फिजिकल, मेंटल, स्पिरिचुअल। जेड़ा कि फिजिकल है, दिमागी है, ते जेड़ा अंतर ध्यान है ਉਹਦੇ ਵਿੱਚ ਵੀ हेल्प करता है। यानी कि आध्यात्मिक जेड़ी सोच है साडी, एक ते हो गई साडी रिलीजियस प्रैक्टिसेस, कोई स्क्रिप्चर पढ़े, तुसी गुरु ग्रंथ साहब पढ़ी, या कोई जपजी साहब पढ़े, या गीता पढ़ी, या कुछ भी पढ़े, लेकिन नाल दे नाल असी शांत मन भी रखना है। ये नहीं कि हाँ जी पढ़िया, सब कुछ पढ़ के सीख लेता ते फिर गया, वो ਉਹਨੂੰ डुबा दिता ते फिर अगले दिन फिर पढ़िया, कुछ नहीं सीखिया। पढ़न का कोई फायदा नहीं जे तुसी प्रैक्टिस ना। So the most important thing is calmness। calmness। ਜਿਹੜੇ ਕਾਮ ਸ਼ਾਂਤ ਬੰਦੇ ਨੇ ਉਹਨਾਂ ਦੀ ਰਿਸਪੈਕਟ ਵੀ ਜ਼ਿਆਦਾ ਹੁੰਦੀ। ਤੁਸੀਂ ਵੇਖੋ ਕੋਈ ਪ੍ਰਿੰਸੀਪਲ ਜਿਹੜੇ ਕਿ ਜ਼ਿਆਦਾ ਚਿਲਾਉਂਦੇ ਨੇ, ਜਾਂ ਕੋਈ ਬਿਗ ਬ੍ਰਦਰ ਸਿਸਟਰ ਜਾਂ ਮਦਰ ਫਾਦਰ ਜਿਹੜੇ ਜ਼ਿਆਦਾ ਗੁੱਸਾ ਕਰਦੇ ਨੇ, ਉਹਨਾਂ ਦਾ ਡਰ ਵੀ ਕਮ ਹੋ ਜਾਂਦਾ ਹੈ ਤੇ ਰਿਸਪੈਕਟ ਵੀ ਕਮ। ਤੇ ਜਿਹੜੇ ਬੈਲੈਂਸ ਰਹਿੰਦੇ ਨੇ, ਕਦੇ ਕਦੇ ਠੀਕ ਹੈ ਗੁੱਸਾ, लेकिन ज्यादातर मन शांत, ज्यादातर वाणी भी शांत, मन भी शांत, ते ज्यादा आवाज अपनी तेज करन दी भी लोड़ नहीं। वो बंदे ने जेड़े ने उन्हां दी रिस्पेक्ट होंदी। ते तुहानू पता है कि आई वाज इन दी आईएएस तो मैं रिजाइन करके हुण मोटिवेशनल स्पीकर हां। ते जेड़े पूरे इंडिया च 25 लाख जेड़े फॉलोअर ने, हो सकदा है हुण 30 लाख भी हो गए हो यूट्यूब ते, इंस्टाग्राम ते भी, लिंक्डइन ते, फेसबुक ते ਤੁਸੀਂ ਮੈਨੂੰ ਫੋਲੋ ਵੀ ਕਰ ਸਕਦੇ ਹੋ। ਲੇਕਿਨ ਜਿਹੜੀ ਸ਼ਾਂਤ ਮਨ ਹੈ ਉਹ ਮੈਨੂੰ ਹਮੇਸ਼ਾ ਬੈਨੀਫਿਟ ਹੋਇਆ ਉਹਦਾ, ਕਿਉਂਕਿ ਮੈਂ ਸ਼ਾਂਤ ਮਨ ਨਾਲ ਆਪਣਾ ਕੰਮ ਕੀਤਾ। 26 ਸਾਲ ਸਰਵਿਸ ਕੀਤੀ, ਫਿਰ ਰਿਜ਼ਾਈਨ ਕੀਤਾ 3 ਸਾਲ ਪਹਿਲਾਂ। ਤੇ ਸਰਵਿਸ ਕਰਕੇ ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਰਿਸਪੈਕਟ ਜਿਹੜਾ ਮੈਨੂੰ ਮਿਲ ਰਿਹਾ ਹੈ ਉਹ ਇਦਾਂ ਮਿਲ ਰਿਹਾ ਹੈ ਕਿਉਂਕਿ ਮੈਂ ਕਾਫੀ ਹੱਦ ਤੱਕ ਬੈਲੈਂਸਡ ਅਫਸਰ ਰਿਹਾ। ये बैलेंस की है? बैलेंस मतलब कि जदों गुस्सा करना जरूरी है तां फिर करो, या किसी नू घर च या किथे भी कहना है ते तुसी ओदा फर्म रहो। ठीक है, फर्म रहने का मतलब है कि कोई पंगा नहीं ले सकता तुहाडे नाल, लेकिन ज्यादा उत्तेजित होने नाल कोई फायदा नहीं हो रहा कि ये करो जी, वो ये किदां हो गया, वो किदां हो गया, दिस काइंड ऑफ। ते ये जरा जरूरी है कि असी ये सोच के, काफी सोच के असी ये करिए कि भी मन किथे। सी फॉर कामनेस। नेक्स्ट इज सी फॉर चेयरफुलनेस। सी फॉर चेयरफुलनेस। चेयरफुलनेस का मतलब है ज्यादातर खुश रहना, खुश मिजाज रहना। ਤੁਹਾਨੂੰ पता है एक क्लास च बंदा ਹੁੰਦਾ ਹੈ ਤੁਹਾਡੇ ਤੇ ਤੁਸੀਂ ਉਹਨੂੰ ਕਹਿੰਦੇ ਹੋ ਇਹ ਜਿਹੜਾ ਹੈ ਦੁਖੀ ਆਤਮਾ, ਦੁਖੀ ਆਤਮਾ, ਰੋਂਦੂ ਟਾਈਪ। ਜਿਹੜਾ ਰੋਂਦੂ ਟਾਈਪ ਬੰਦਾ ਹੈ ਉਹ ਹੁੰਦਾ ਹੈ ਇੱਕ ਆਧਾ ਹਰ ਕਲਾਸ 'ਚ ਜਾਂ ਗਰੁੱਪ 'ਚ। ਸਾਡੇ ਨਾਲ ਵੀ ਹੁੰਦੇ ਸੀ ਇਹ ਰੋਂਦੂ ਟਾਈਪ, ਹੁਣ ਵੀ ਹੁੰਦੇ ਨੇ, ਆਈਐਸ 'ਚ ਵੀ ਹੁੰਦੇ ਨੇ ਰੋਂਦੂ ਟਾਈਪ ਬੰਦੇ, ਸਰਕਾਰ 'ਚ ਵੀ ਹੁੰਦੇ ਨੇ। ਤੇ ਰੋਂਦੂ ਟਾਈਪ ਬੰਦਾ ਜਿਹੜਾ ਹੈ ਉਹ ਤੁਸੀਂ ਨਾ ਬਣਨਾ ਉਹਦੇ ਵਰਗਾ ਬੰਦਾ। ਡੋਂਟ ਬਿਕਮ ਅ ਰੋਂਦੂ ਟਾਈਪ। मतलब कि रोंदू टाइप ਜਿਹੜਾ ਬੰਦਾ ਹੈ ਉਹ ਜਿਹੜਾ ਇੰਸਪਾਇਰ ਨਹੀਂ ਕਰਦਾ। ਉਹ ਕੀ ਕਰਦਾ ਹੈ, ਇਹ ਠੀਕ ਨਹੀਂ ਹੈ, ਉਹ ਠੀਕ ਨਹੀਂ ਹੈ, ਇਹ ਵੀ ਠੀਕ ਨਹੀਂ ਹੈ, ਉਹ ਵੀ ਠੀਕ ਨਹੀਂ ਹੈ, ਜਿਹੜਾ ਸਰਕਾਰ ਵੀ ਠੀਕ नहीं है, देश भी ठीक नहीं है, क्रिकेट टीम भी ठीक नहीं है, लॉकडाउन भी ठीक नहीं है, कोरोना भी ठीक नहीं, कोरोना तो है ही नहीं ठीक। लेकिन हर चीज गलत नहीं हो सकती, हर बंदा गलत नहीं हो सकता। ਤੇ ਸਵੇਰੇ ਉੱਠ ਕੇ ਤੇ ਸ਼ਾਮ ਤੱਕ ਤੁਸੀਂ ਜੇ ਕੰਪਲੇਂਟ ਕਰਨੀ ਹੈ, ਏਦਾਂ ਦੀ ਜ਼ਿੰਦਗੀ ਦਾ ਕੀ ਫਾਇਦਾ ਹੈ? ਜੇ ਅਸੀਂ ਕਿਸੇ ਕਮਰੇ 'ਚ ਬਹਿ ਜਾਈਏ ਤੇ ਅਸੀਂ ਕਹਿੰਦੇ ਵਿੱਚ ਕਮਰਾ ਤੇ ਬੜਾ ਚੰਗਾ ਹੈ, ਲੇਕਿਨ ਉੱਥੇ ਜਿਹੜਾ ਇੱਕ ਕੋਨਾ ਹੈ ਉੱਥੇ ਕਾਲਾ ਜਿਹਾ ਨਿਸ਼ਾਨ ਲੱਗਿਆ,
कि मैं यही सोचता रहा कि भाई पूरे दिन ये जरा काला निशान है ठीक नहीं, वो कमरा तो चंगा है, जिंदगी भी चंगी है, लेकिन एक छोटी जी माड़ी जी चीज है वो नेगेटिव है। वो सब दी जिंदगी च कुछ ना कुछ होंदा है। ये ਅਸੀਂ ਕਹੀਏ ਵੀ ਇਹ ਜ਼ਿੰਦਗੀ ਠੀਕ ਨਹੀਂ, ऐदा नहीं होंदा। We have to see the positives of life. What are the positives of life? The positives of life are the blessings that we have. All the good things in our life. That means the blessings, the kind of good things, the family, the friends, the kind of recognition, ਜਿਹੜਾ ਵੀ ਸਾਨੂੰ ਪਛਾਣ ਮਿਲੀ ਹੈ, ਜਿਹੜਾ ਵੀ ਸਾਨੂੰ ਥੋੜਾ ਬਹੁਤ ਸਕਸੈਸ ਮਿਲਿਆ ਹੈ, ਉਹਦੇ ਵਾਸਤੇ ਸ਼ੁਕਰਗੁਜ਼ਾਰ ਹੋਣਾ, cheerful ਰਹਿਣਾ, ਖੁਸ਼ ਮਿਜ਼ਾਜ ਰਹਿਣਾ, ਹਸਮੁਖ ਰਹਿਣਾ। ਹਸਮੁਖ ਬੰਦੇ ਜਿਹੜੇ ਨੇ ਉਹ ਪਪੂਲਰ ਹੁੰਦੇ, ਕਾਫੀ ਜ਼ਿਆਦਾ ਪਪੂਲੈਰਿਟੀ ਮਿਲਦੀ ਹੈ, ਲੋਕੀ ਪਸੰਦ ਕਰਦੇ ਨੇ। ਇੱਕ most of you are very young people, I think teenager ਵੀ ਨੇ ਤੇ ਦੂਜੇ ਵੀ। ਇੱਕ ਕਿੱਸਾ ਹੈ ਕਿ ਇੱਕ ਮੁੰਡਾ ਕੁੜੀ ਲੜਕਾ ਲੜਕੀ ਉਹਨਾਂ ਨੂੰ ਪੇਰੈਂਟਸ ਨੇ ਕਿਹਾ ਵੀ ਚਲੋ ਤੁਸੀਂ ਮਿਲ ਲਓ ਆਪਸ ਚ, ਦੇਖ ਲਓ ਬਈ ਮੈਚ ਮੇਕਿੰਗ ਵਾਸਤੇ ਕਿ ਠੀਕ ਹੈ ਸੀਰੀਅਸ ਹੋ ਜਾਂ ਨਹੀਂ ਹੋ, ਇੱਕ ਦੂਜੇ ਨੂੰ ਪਸੰਦ ਕਰਨਾ। ਜਾਓ ਕਾਫੀ ਪੀਆਓ, ਜਾ ਕੇ ਕੈਫੇ ਚ ਜਾ ਕੇ ਕਾਫੀ ਕੁਫੀ ਪੀਆ। ਤੇ ਉਹ ਜਾਂਦੇ ਨੇ ਕਾਫੀ ਪੀਣ ਵਾਸਤੇ, ਤੇ ਕੁੜੀ ਵੇਖਦੀ ਹੈ ਵੀ ਬੰਦਾ ਬੜਾ ਚੰਗੀ ਤਰ੍ਹਾਂ ਗੱਲ ਕਰ ਰਿਹਾ, ਬੜਾ ਸੌਫਟ ਮਿਜ਼ਾਜ ਹੈ, ਬੜਾ ਜੈਂਟਲਮੈਨ ਹੈ, ਲੇਕਿਨ ਜਦੋਂ ਵੇਟਰ ਆਂਦਾ ਹੈ, ਵੇਟਰ ਉਹਨੂੰ ਬੜਾ ਬੁਰੀ ਤਰ੍ਹਾਂ ਪੈਂਦਾ, ਤੁਸੀਂ ਇਹ ਕੀ ਕਰ ਰਹੇ ਹੋ, ਇਹ ਕੀ ਹੈਗਾ, ਇਹ ਠੰਡੀ ਹੈ ਕਾਫੀ, ਏਦਾਂ ਕੀ ਹੈ, ਮੈਂ ਉਹਨੂੰ ਕੰਪਲੇਂਟ ਕਰਾਂਗਾ ਤੁਹਾਡੇ ਮੈਨੇਜਰ ਨੂੰ, ਏਦਾਂ ਬੋਲਦਾ ਹੈ ਉਹਦੇ ਨਾਲ। ਤੇ ਕੁੜੀ ਦੇ ਨਾਲ ਤੇ ਮਿੱਠਾ ਹੀ ਬੋਲੇਗਾ। ਤੇ ਅਸੀਂ ਕੀ ਵੇਖਾਂ, ਉਹ ਕੁੜੀ ਨੇ ਕੀ ਵੇਖਣਾ ਹੈ? ਕੁੜੀ ਨੇ ਇਹ ਨਹੀਂ ਵੇਖਣਾ ਕਿ ਉਹਦੇ ਨਾਲ ਕਿੱਦਾਂ ਹੈ, ਉਹਨੇ ਵੇਖਣਾ ਇਹਦੀ ਪਰਸਨੈਲਿਟੀ ਕਿੱਦਾਂ ਦੀ, ਇਹਦਾ ਰੁਝਾਨ ਵੀਕਰ ਸੈਕਸ਼ਨ ਵਾਸਤੇ ਕੀ ਹੈ, ਉਹ ਜਿਹੜਾ ਬੰਦਾ ਹੈ ਉਹ ਉਹਨਾਂ ਨੂੰ ਕਿੱਦਾਂ ਟ੍ਰੀਟ ਕਰ ਰਿਹਾ, ਜਿਹੜੇ ਬੰਦੇ ਉਹਨੂੰ ਹੈਲਪ ਨਹੀਂ ਕਰ ਸਕਦੇ ਜਾਂ ਜਿਹੜੇ ਲੋਅਰ ਪੋਜੀਸ਼ਨ ਚ। ਪਰਸਨੈਲਿਟੀ ਉਦਾਂ ਪਤਾ ਚੱਲਦੀ। That is important. That is the real thing. Next C is compassion. Compassion. Compassion ਦਾ ਮਤਲਬ ਨਹੀਂ ਹੈ ਕਿ ਪੈਸ਼ਨ ਕਮ ਹੋ ਗਿਆ। Compassion ਅੰਗਰੇਜ਼ੀ ਦਾ ਸ਼ਬਦ ਹੈ COMPASSION। Compassion ਦਾ ਮਤਲਬ ਹੈ ਕਿ ਦੂਜਿਆਂ ਨੂੰ ਹੈਲਪ ਕਰਨਾ, ਦੂਜਿਆਂ ਨੂੰ ਮਦਦ ਕਰਨਾ, ਸੋਸਾਇਟੀ ਨੂੰ ਮਦਦ ਕਰਨਾ। ਸੋਸਾਇਟੀ ਜਿਹੜੀ ਹੈ ਉਹਨਾਂ ਦੀ ਮਦਦ ਕਰਨਾ, ਜਿਹੜੇ ਗਰੀਬ ਨੇ, ਜਿਹੜੇ ਕਿ ਪਿਛੜੇ ਹੋਏ ਵਿਅਕਤੀ ਨੇ, ਉਹਨਾਂ ਦੀ ਮਦਦ ਕਰਨਾ, ਇਹ ਕਾਫੀ ਜ਼ਰੂਰੀ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਜ਼ਿਆਦਾ ਹੈਲਪਫੁਲ ਬਣ ਸਕਦੇ ਹਾਂ ਤੇ ਜ਼ਿਆਦਾ ਪਪੂਲਰ ਬਣ ਸਕਦੇ ਹਾਂ, ਤੇ ਸਾਡੀ ਜੀਵਨ ਦਾ ਜਿਹੜਾ ਮਕਸਦ ਹੈ ਉਹ ਵੀ ਇਹੀ ਹੈ ਕਿ ਦੂਜਿਆਂ ਨੂੰ ਮਦਦ ਕਰਨਾ, ਸਰਵਿੰਗ ਸੋਸਾਇਟੀ, ਹੈਲਪਿੰਗ ਅਦਰਸ। ਜੇ ਅਸੀਂ ਹੈਲਪਿੰਗ ਅਦਰਸ ਕਰਾਂਗੇ ਤਾਂ ਫਿਰ ਅਸੀਂ ਖੁਸ਼ ਵੀ ਰਹਾਂਗੇ ਤੇ ਉਹ ਵੀ ਸਾਡੇ ਨਾਲ ਪ੍ਰਸੰਨ ਰਹਿਣਗੇ ਲੋਕੀ। ਤੇ ਸਾਡਾ ਜਿਹੜਾ ਕੈਰੈਕਟਰ ਹੈ ਉਹ ਟੈਸਟ ਏਦਾਂ ਹੀ ਹੁੰਦਾ। ਜੇ ਮੈਂ ਸੈਲਫਿਸ਼ ਹਾਂ, ਮੈਂ ਆਪਣਾ ਹੀ ਕੁਝ ਕਰਨਾ ਹੈ, I want to do this, I am Vivek, I want to be very successful, I don't want to bother about anybody else, ਏਦਾਂ ਨਹੀਂ ਜ਼ਿੰਦਗੀ ਚੱਲਦੀ। ਅਸੀਂ ਇੱਕ ਇਕੋਸਿਸਟਮ ਚ ਰਹਿੰਦੇ ਹਾਂ, ਇੱਕ ਵਿਸ਼ਵ ਜਿਹੜਾ ਸੋਸਾਇਟੀ ਹੈ, ਜਿਹੜਾ ਦੇਸ਼ ਹੈ, ਜਿਹੜੀ ਕਮਿਊਨਿਟੀ ਹੈ, ਜਿਹੜਾ ਵਿਲੇਜ ਹੈ, ਜਿਹੜਾ ਸ਼ਹਿਰ ਹੈ, ਤੇ ਲੋਕਾਂ ਨੂੰ ਅਸੀਂ ਉਹਨਾਂ ਦੇ ਨਾਲ ਬਣਾ ਕੇ ਵੀ ਰੱਖਣੀ ਹੈ ਤੇ ਮਦਦ ਵੀ ਕਰਨੀ, ਫੈਮਿਲੀ ਦੀ, ਰਿਲੇਟਿਵਸ ਦੀ, ਫਰੈਂਡਸ ਦੀ। ਤੁਸੀਂ ਏਦਾਂ ਦੇ ਫਰੈਂਡ ਬਣੋ ਜਿਹੜੇ ਕੋਈ ਰਾਤ ਨੂੰ ਵੀ ਫੋਨ ਆਏ 12 ਵਜੇ ਜਾਂ 2 ਵਜੇ ਕਿ ਮੇਰੀ ਪ੍ਰੋਬਲਮ ਆ ਗਈ, ਤੁਸੀਂ ਹੈਲਪ ਕਰ ਸਕਦੇ ਹੋ? ਹਾਂਜੀ ਮੈਂ ਕਰਾਂਗਾ। ਤੁਸੀਂ ਹੈਲਪਫੁਲ ਬਣੋ। ਤੇ ਕੰਪੈਸ਼ਨ ਮੀਨਸ that you are helpful to others, you think of others, not only about yourself। ਇਹ ਬੜਾ ਆਸਾਨ ਹੈ, ਮੈਂ ਮੀ ਈਗੋ ਬੜੀ ਹੈ, ਉਹ ਨਹੀਂ ਕਰਨਾ, ਹੈਲਪਫੁਲ ਹੋਣਾ। ਤੇ ਜਿਹੜਾ ਨੈਕਸਟ ਸੀ ਹੈ ਉਹ ਹੈ ਕੰਟੈਂਟਮੈਂਟ, यानी कि संतुष्टि, यानी कि मैं ਜਿਹੜੀ ਵੀ ਮੇਰੀ ਜ਼ਿੰਦਗੀ ਹੈ, ਹਰ ਕਾਲਜ ਜਿਹੜਾ ਕੁਝ ਵੀ ਹੈ ਮੇਰੇ ਕੋਲ, ਉਹਦੇ ਨਾਲ ਮੈਂ ਸੰਤੁਸ਼ਟ, ਥੈਂਕਫੁਲ, ਗ੍ਰੈਟੀਟਿਊਡ, ਧੰਨਵਾਦ ਉੱਪਰ ਵਾਲੇ ਦਾ, ਕਿ ਥੈਂਕ ਯੂ ਗॉड ਫॉर ऑल these things, parents, brother, sister, thank you every day when you pray। don't pray ਕਿ ਮੇਰੇ ਨੰਬਰ ਬਤਾ ਦਿਓ ਜੀ। ਜਿਹੜਾ ਗੋਡ ਨੂੰ ਜਿਹੜੇ ਆਉਂਦੇ ਨੇ WhatsApp ਮੈਸੇਜ, ਉਹ ਕਾਫੀ ਐਗਜ਼ਾਮ ਦੇ ਵੇਲੇ ਆਉਂਦੇ ਨੇ ਕਿ ਜਿਹੜਾ ਇਮਤਿਹਾਨ ਆਏਗਾ ਤੇ ਫਿਰ ਭਗਵਾਨ ਨੂੰ ਕਾਫੀ ਯਾਦ ਕਰਦੇ ਨੇ ਲੋਕੀ, ਕਾਫੀ WhatsApp ਆਉਂਦੇ ਨੇ ਉਹਨਾਂ ਨੂੰ, ਉਹਨਾਂ ਦਾ WhatsApp ਚੋਕ ਹੋ ਜਾਂਦਾ। ਤੇ ਜਿਹੜਾ ਰਿਜ਼ਲਟ ਆਉਂਦਾ ਹੈ ਫਿਰ ਦੁਬਾਰਾ ਵੀ, ਹਾਂਜੀ ਸਰ ਰਿਜ਼ਲਟ ਆ ਰਿਹਾ ਹੈ,
प्लीज ध्यान रखना ते WhatsApp या prayer ते ਜਿਹੜਾ ਬਾਕੀ ਸਾਲ ਹੈ ਉਹ ਖਾਸ ਕੋਈ ਯਾਦ ਨਹੀਂ ਕਰਦਾ ਉਹਨਾਂ ਦਾ ਫੋਨ ਵੀ ਠੀਕ ਰਹਿੰਦਾ ਹੈ ਤੇ ਉਹ ਵੀ ਠੀਕ ਰਹਿੰਦੇ ਨੇ ਆਰਾਮ ਚ ਰਹਿੰਦੇ ਨੇ ਤੇ ਬੇਸਿਕਲੀ ਅਸੀਂ grateful रही, thankful रही. Every day of the year, we have to thank God that we are alive, we are fit, we are reasonably happy. Okay, pandemic चल रहे, pandemic हो गया, COVID हो गया, कोरोना हो गया, ते हो गया सब दे वास्ते बराबर. USA च भी है, ब्राजील च भी है काफी, इंडिया च भी है, बाकी भी काफी ने. ਸਾਡੇ ਵਾਸਤੇ particularly ਤਾਂ ਨਹੀਂ, it's not only for you that this is happening. That means you do not have to worry more than others. ਅਸੀਂ ਕਿਉਂ worry ਕਰਨਾ ਹੈ? Just thank God that you are at home, you are comfortable. ਇਹ ਜਿਹੜੀ online classes ਨੇ 20 ਸਾਲ ਪਹਿਲਾਂ ਤੇ ਨਹੀਂ ਸੀ ਜਾਂ even 10 ਸਾਲ 5 ਸਾਲ ਪਹਿਲਾਂ, not possible. ਕਿ ਤੁਸੀਂ learn ਕਰ ਰਹੇ ਹੋ, ਮੈਂ ਤੁਹਾਨੂੰ motivate ਕਰ ਰਿਹਾ, कुछ और हो रहा है. This is something to be thankful for. This is a part of life which is growing. ਇਹ ਜਿਹੜੇ C's ਨੇ ਇਹ life skills ਜਿਹੜੇ ਕਿ C's ਮੈਂ ਤੁਹਾਨੂੰ ਦੱਸੇ ਇੱਕ ਵਾਰੀ ਫਿਰ recap ਕਰ ਲਈਏ. C for courage, C for character, C for creativity, C for calmness, C for cheerfulness, C for compassion, C for contentment, ਸੰਤੁਸ਼ਟੀ. ਇਹ ਜਿਹੜੇ 7 C's ਨੇ ਇਹਨਾਂ ਨੂੰ ਆਪਣੇ ਕੋਲ ਰੱਖੋ. ਤੇ ਜਿਹੜਾ ਨੈਕਸਟ ਲਾਈਫ ਸਕਿੱਲ ਹੈ ਸਕਸੈਸ ਵਾਸਤੇ ਉਹ ਹੈ ਕਮਿਊਨੀਕੇਸ਼ਨ. C for communication. ਜਿਹੜੇ ਕਮਿਊਨੀਕੇਸ਼ਨ ਸਕਿੱਲਸ ਨੇ ਤੁਹਾਡੇ, ਤੁਸੀਂ ਜੋ ਮਰਜ਼ੀ ਕੋਰਸ ਕਰ ਲਓ, ITI ਕਰ ਲਓ, ਪੋਲੀਟੈਕਨਿਕ ਕਰ ਲਓ, ਇੰਜੀਨੀਅਰਿੰਗ ਕਰ ਲਓ, ਡਿਗਰੀ ਲੈ ਲਓ, ਡਿਪਲੋਮਾ ਲੈ ਲਓ, ਸਰਟੀਫਿਕੇਟ ਲੈ ਲਓ, ਤੁਸੀਂ ਕੁਆਲੀਫਿਕੇਸ਼ਨ ਲੈ ਲਈ, ਲੇਕਿਨ ਜਿਹੜਾ ਤੁਸੀਂ ਅੰਦਰ ਦੀ ਕੁਆਲਿਟੀਜ਼ ਨੇ, ਯਾਨੀ ਕਿ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਸਕਿੱਲਸ ਹੈ, ਸੌਫਟ ਸਕਿੱਲਸ ਕੀ ਹੁੰਦੇ ਨੇ? ਕਿੱਦਾਂ ਗੱਲ ਕਰਨੀ. ਜਿਹੜਾ ਹਰਭਜਨ ਸਿੰਘ ਹੈ ਨਾ ਕ੍ਰਿਕਟਰ, ਹਰਭਜਨ ਸਿੰਘ ਦਾ ਇੱਕ ਕਿੱਸਾ ਕਪਿਲ ਸ਼ਰਮਾ ਸ਼ੋਅ ਤੇ ਆਏ ਸੀਗੇ, ਉਹਦਾ ਮੈਂ ਧਵਨ ਸਾਹਿਬ ਨੇ ਦੱਸਿਆ ਵੀ ਮੈਂ ਵੀ ਇੱਕ ਟੂਰਨਾਮੈਂਟ ਕਰਾਂਦਾ ਆਪਣੇ ਫਾਦਰ ਦੀ ਮੈਮਰੀ ਚ, JP ਆਥਰੇ ਕ੍ਰਿਕਟ ਟੂਰਨਾਮੈਂਟ ਐਵਰੀ ਈਅਰ. ਹਰਭਜਨ, ਯੁਵਰਾਜ, ਧੋਨੀ ਵੀ ਕਾਫੀ ਵੱਡੇ ਪਲੇਅਰ ਉਹ ਖੇਲ ਚੁੱਕੇ ਨੇ ਓਵਰ ਦ 25 ਇਅਰਸ. मोहाली च, चंडीगढ़ च होता है हर साल. इस साल नहीं हो पाएगा बिकॉज ऑफ पैंडेमिक, अदरवाइज एवरी सितंबर. हरभजन सिंह जेडे कपिल शर्मा शो ते आए, उन्होंने एक किस्सा दसिया. वो कहंदे असी सीगे 15-16 साल दे अंडर 17 क्रिकेटर ते एक बारी कोई चीफ गेस्ट आ गए ते क्रिकेट ग्राउंड च लाइन लगी सी, हरभजन भी सीगे छोटे जे, तां वो कहंदे बई ये की पूछ रहे ने, कहंदे सानू ये अंग्रेजी ते आंदी नहीं. वो कहने वो पूछ रहे ने व्हाट इज योर नेम, वेयर आर यू फ्रॉम. उधरों शुरू है चीफ गेस्ट साहब, व्हाट इज योर नेम, वेयर आर यू फ्रॉम. ते हरभजन ने प्रैक्टिस की, व्हाट इज योर नेम, हरभजन, वेयर आर यू फ्रॉम, जलंधर. ठीक है. ते जे वो आए व्हाट इज योर नेम, व्हाट इज योर, वेयर आर यू फ्रॉम, व्हाट इज योर नेम, जदों हरभजन दे कोल आए उन्होंने ऑर्डर रिवर्स कर दिता. वो कहते वेयर आर यू फ्रॉम, वो कहते हरभजन, कहते व्हाट इज योर नेम, कहते जलंधर. ਤੇ ਅਸੀਂ ਜਿਹੜਾ ਕਮਿਊਨੀਕੇਸ਼ਨ ਸਕਿੱਲ ਹੈ, ਹੁਣ ਵੇਖੋ ਹਰਭਜਨ ਦੀ ਕਮੈਂਟਰੀ, ਹਰਭਜਨ ਦਾ ਪ੍ਰੈਜ਼ੈਂਸ, ਹਰਭਜਨ ਦਾ ਜਿਹੜਾ ਸਟਾਈਲ ਹੈ, ਜਿਹੜੀ ਪਰਸਨੈਲਿਟੀ ਹੈ. ਇਹ ਨਹੀਂ ਮੈਂ ਕਹਿ ਰਿਹਾ ਕਿ ਸਾਨੂੰ ਸਭ ਨੂੰ ਅੰਗਰੇਜ਼ੀ ਸਿੱਖਣੀ ਜ਼ਰੂਰੀ ਨਾ, ਕਮਿਊਨੀਕੇਟ ਕਰਨਾ ਆਉਣਾ ਚਾਹੀਦਾ. ਪੰਜਾਬੀ, ਹਿੰਦੀ, ਅੰਗਰੇਜ਼ੀ. ਹੁਣ ਮੈਂ ਪੰਜਾਬੀ ਸਪੀਕਰ ਨਹੀਂ ਆ, ਮੈਨੂੰ ਨਹੀਂ ਆਉਂਦੀ ਪੰਜਾਬੀ, ਲੇਕਿਨ ਕਿਸੇ ਤਰ੍ਹਾਂ ਮੈਂ ਇਸ ਲੈਕਚਰ 'ਚ ਕੰਮ ਚਲਾ ਰਿਹਾ. ਮੇਰੀ ਇੱਕ ਜੋਸ਼ ਟਾਕ ਹੈ ਉਹਦਾ ਪੰਜਾਬੀ 'ਚ, ਜੋਸ਼ ਟਾਕਸ ਨੇ ਕਾਫੀ ਫੇਮਸ ਨੇ. ਜੋਸ਼ ਟਾਕ ਇੱਕ ਹੈਗੀ ਪੰਜਾਬੀ, ਇੱਕ ਹਿੰਦੀ, ਇੱਕ ਅੰਗਰੇਜ਼ੀ, ਜਿਹੜੀ ਹੈ IAS ਦੇ ਉੱਤੇ ਤੇ ਕੁਆਲਿਟੀਜ਼ ਦੇ ਉੱਤੇ ਤੁਸੀਂ ਵੇਖ ਸਕਦੇ. ਲੇਕਿਨ ਮੈਂ ਆਈ ਐਮ ਡੂਇੰਗ ਅ ਰੀਜ਼ਨੇਬਲ ਜੌਬ, ਲੈਟਸ ਸੇ ਥੋੜਾ ਬਹੁਤ ਚੱਲ ਰਿਹਾ ਕੰਮ. ਤੇ ਤੁਸੀਂ ਕੀ ਕਰ ਸਕਦੇ? ਕੌਨਫੀਡੈਂਟ ਕਮਿਊਨੀਕੇਸ਼ਨ. ਥੋੜਾ ਬਹੁਤ ਪੜ੍ਹੋ, थोड़ा बहुत मेहनत करो, मेहनत करके हर रोज 2 नवे शब्द सीखो, अंग्रेजी दे, हिंदी दे, पंजाबी दे, जिहड़ा कि मतलब जिन्हां दा तुहानू नहीं आंदा सी. Learn those new words. When you learn new words, then you are
इंप्रूविंग योर पर्सनैलिटी। शशि थरूर नहीं बनना सन, शशि थरूर वर्गा नहीं बनना, काफी मुश्किल अंग्रेजी लिखते हैं, लेकिन मेरे वर्गे ते बन सकते हो विवेक आत्रे। मैं भी हुन कॉलम लिखदा ते अंग्रेजी हिंदी च भी ट्रांसलेट हो गई मेरी किताब उन्होंने दिखाई भी सी, मैं भी विखा लेंदा। ये फाइंडिंग सक्सेस विद इन मेरी किताब, ਇਹਦੇ ਵਿੱਚ ਮੇਰੀ ਫੋਟੋ ਲੱਗ ਰਹੀ ਹੈ ਸ਼ਾਇਦ ਕਵਰ ਤੇ ਇਹਦੇ ਵਿੱਚ ਕਾਫੀ ਟਿਪਸ ਨੇ, 52 ਟਿਪਸ ਫॉर ਯੰਗ ਪੀਪਲ, ਯੰਗ ਇੰਡੀਅਨਸ ਲਾਈਕ ਯੂ। ਜਿਹੜੇ ਟਿਪਸ ਮੈਂ ਤੁਹਾਨੂੰ ਹੁਣ ਦੱਸੇ ਤੇ ਹੋਰ ਵੀ ਕੁਝ ਦੱਸਾਂਗਾ, ਇਹ ਟਿਪਸ ਇਹਦੇ ਵਿੱਚ ਕਾਫੀ ਕਵਰਡ ਨੇ, Amazon ਤੇ ਅਵੇਲੇਬਲ ਹੈ। ਫਾਈਂਡਿੰਗ ਸਕਸੈਸ ਵਿਦਿਨ, you can order it. Finding success within is the name of it. Communication skills te assi sige, communication skills are vital, most important. Engineering, you know electrical engineering, or you know electrical components, you know electrical whatever. मैं भी electronics engineer हाँ, NIT कुरुक्षेत्र electronics engineer। ਜਿਹੜਾ ਕਿ ਤੁਹਾਨੂੰ ਇਹ ਰਿਮੋਟ ਤੇ ਕੀ ਹੈ, ਇਹਦੇ ਅੰਦਰ ਕੀ ਹੈ, AC ਦੇ ਰਿਮੋਟ ਤੇ ਤੁਹਾਨੂੰ ਸਾਰਾ ਪਤਾ ਹੈ, एक ਕਿਹੜੇ ਚਿਪ ਨੇ, ਕਿਹੜਾ ਬਟਨ ਨੇ, ਕਿਦਾਂ ਇਹ ਚੱਲਦਾ ਹੈ, ਪਤਾ ਹੈ ਸਭ ਸਾਰਾ। ਇਹ ਜਿਹੜਾ ਸਮਾਰਟਫੋਨ ਹੈ ਇਹਦਾ ਵੀ ਕਾਫੀ ਕੁਝ ਪਤਾ ਹੈ ਤੁਹਾਨੂੰ, ਮੇਰਾ ਸੈਮਸੰਗ ਫੋਨ ਹੈ, ਇਹ ਕਾਫੀ ਕੁਝ ਤੁਹਾਨੂੰ ਪਤਾ, ਲੇਕਿਨ ਤੁਹਾਨੂੰ ਗੱਲ ਕਰਨੀ ਵੀ ਆਣੀ ਚਾਹੀਦੀ, ਪ੍ਰੈਜੈਂਟੇਸ਼ਨ ਸਕਿੱਲਸ ਵੀ ਜ਼ਰੂਰੀ। ਅੱਜ ਕੱਲ ਜ਼ਮਾਨਾ ਹੈਗਾ ਨਾਟ ਓਨਲੀ ਲਰਨਿੰਗ ਦਾ ਬਟ ਸਟਾਈਲ ਐਂਡ ਪ੍ਰੈਜੈਂਟੇਸ਼ਨ। ਮੈਂ ਹੁਣ ਸਪੀਕਰ ਬਣ ਗਿਆ, ਪਬਲਿਕ ਸਪੀਕਿੰਗ ਸਕਿੱਲਸ ਆ ਗਏ, मैं हुन कैमरे दे सामने ही बोल रहा ना, तुसी मैनू थोड़े जे नजर आ रहे सीगे, ज्यादा नहीं नजर आ रहे, कैमरे नू मैं स्पीच दे रहे, ते स्पीच देना कोई सौखा काम नहीं है, not easy to give a speech. So what are we supposed to do? We are supposed to practice your oral skills and your written skills. Practice writing, practice speaking. अपना ਜਿਹੜਾ ਕੋਲੀਗ ਹੈ, ਕੋਈ ਫਰੈਂਡ ਹੈ, ਕੋਈ ਛੋਟਾ ਭਾਈ ਹੈ, ਉਹਨੂੰ ਬਿਠਾਓ ਤੇ ਉਹਨੂੰ ਕਹੋ ਵੀ ਤੁਸੀਂ ਮੇਰੀ ਸਪੀਚ ਸੁਣੋ, 3 ਮਿੰਟਸ 5 ਮਿੰਟਸ ਕੋਈ ਸਪੀਚ ਦਿਓ, ਕ੍ਰਿਕਟ ਦੇ ਉੱਤੇ, ਇੰਡੀਅਨ ਕੁਜ਼ੀਨ ਦੇ ਉੱਤੇ, ਫੂਡਸ ਜਿਹੜੇ ਨੇ ਪੰਜਾਬੀ ਖਾਣੇ ਦੇ ਉੱਤੇ ਦੇ ਦਿਓ, ਤੇ ਕੋਈ ਇਲੈਕਸ਼ਨਸ ਦੇ ਬਾਰੇ ਦੇ ਦਿਓ, ਵਿਮਨ ਐਮਪਾਵਰਮੈਂਟ ਬਾਰੇ ਦੇ ਦਿਓ, ਕੋਈ ਸਕਿੱਲ ਡਿਵੈਲਪਮੈਂਟ ਬਾਰੇ ਦੇ ਦਿਓ, ਨਿਊ ਐਜੂਕੇਸ਼ਨ ਪਾਲਿਸੀ ਬਾਰੇ ਦੇ ਦਿਓ, ਕੋਈ ਵੀ ਜਿਹੜੀ ਤੁਹਾਨੂੰ ਟੌਪਿਕ ਚੰਗਾ ਲੱਗਦਾ ਹੈ ਤੁਸੀਂ ਸਪੀਚ ਦਿਓ। ਜਿਹੜੇ ਕੁਐਸਚਨਸ ਨੇ ਤੁਸੀਂ ਲਾਸਟ 'ਚ ਮੈਨੂੰ ਪੁੱਛ ਸਕਦੇ ਹੋ, you can ask questions, no problem. I can answer your some questions if you type them in the chat box. I will answer them at the end. Now, the thing is that you are supposed to practice your written and oral skills to be successful. कोई फायदा नहीं सारा कुछ नॉलेज सीख के ਜੇ ਅਸੀਂ ਕਮਿਊਨੀਕੇਟ ਨਾ ਕਰ ਪਾਏ, ਲੇਕਿਨ ਕੋਈ ਪਰਸਨੈਲਿਟੀ ਤੁਹਾਡੀ ਇੰਨੀ ਨਹੀਂ ਹੈ, ਕੋਈ ਬਾਤ। ਹਰਭਜਨ ਸਿੰਘ ਦਾ ਐਗਜ਼ਾਮਪਲ ਮੈਂ ਦਿੱਤਾ, ਅਮਿਤਾਭ ਬੱਚਨ ਰਿਜੈਕਟ ਹੋ ਗਏ ਸੀ ਆਲ ਇੰਡੀਆ ਰੇਡੀਓ 'ਚ। ਅਮਿਤਾਭ ਬੱਚਨ ਜਿਨ੍ਹਾਂ ਦੀ ਆਵਾਜ਼, ਜਿਨ੍ਹਾਂ ਦਾ ਜਿਹੜਾ ਸਟਾਈਲ ਲੈਜੈਂਡਰੀ ਹੈ, ਉਹ ਵੀ ਰਿਜੈਕਟ ਹੋ ਗਏ ਸੀਗੇ ਆਪਣੇ ਯੰਗ ਏਜ 'ਚ। ਤੇ ਮੈਂ ਵੀ ਕੋਈ ਸਪੀਕਰ ਤੇ ਨਹੀਂ ਸੀਗਾ, ਮੈਂ ਤੇ ਅਫਸਰ ਸੀਗਾ ਜਾਂ ਇੰਜੀਨੀਅਰ ਸੀਗਾ, ਤੇ ਹੁਣ ਮੈਂ ਬਣ ਗਿਆ ਪਬਲਿਕ ਸਪੀਕਰ। ਤੁਸੀਂ ਇਹ ਵੀਡੀਓ ਵੇਖ ਰਹੇ ਹੋ, ਮੇਰੇ ਕੋਈ 100 ਵੀਡੀਓ ਨੇ YouTube ਤੇ, ਤੁਸੀਂ ਵੇਖ ਸਕਦੇ ਹੋ ਕਦੇ ਵੀ YouTube ਤੇ ਸਰਚ ਕਰਕੇ, Instagram ਤੇ ਵੀ ਕਨੈਕਟ ਕਰ ਸਕਦੇ ਹੋ। ਲੇਕਿਨ ਇੱਕ ਹੋਰ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣੀ ਬਿਫੋਰ ਆਈ ਸਾਈਨ ਆਫ। The most important point is that we have to win the battle of the mind. We have to win the inner battle. अंदर ਦੀ ਲੜਾਈ। ਕੀ ਹੈ ਲੜਾਈ? ਲੜਾਈ ਹੈ between negative forces and positive forces. अच्छाई ते बुराई, ਇਹਨਾਂ ਦੀ ਲੜਾਈ ਹੈ। ਅਸੀਂ ਹਿਊਮਨ ਬੀਇੰਗ ਨੇ, ਸਾਡੇ ਅੰਦਰ ਗੁਣ ਤੇ ਅਵਗੁਣ ਦੋਨੋਂ ਨੇ, ਪੋਜ਼ਿਟਿਵਸ ਐਂਡ ਨੈਗੇਟਿਵਸ। ਸਾਡੇ ਜਿਹੜੇ ਜੈਲਸੀ, ਹੇਟਰੇਡ, ਕੰਪਲੇਨਿੰਗ ਬਾਜ਼ੀ ਜਾਂ ਕੋਈ ਕੈਰੈਕਟਰ ਸ਼ਾਰਟਕਮਿੰਗਸ, ਉਹ ਵੀ ਨੇ, ਤੇ ਜਿਹੜੇ ਸਟਰੋਂਗ ਪੁਆਇੰਟਸ ਵੀ ਹੈਗੇ, ऑनेस्टी, ट्रूथफुलनेस, हेल्पफुलनेस, चीयरफुलनेस, कामनेस, ये भी है। लेकिन हर रोज साडी लड़ाई चलती है, इन्हां दी लड़ाई चलती है अंदर। ये जिहड़ी अंदरूनी लड़ाई है, ये सानू जितनी, वो सक्सेस, अच्छाई दी जित होनी जरूरी है। कोई भी बंदा लाइफ च बुराई कमा के नहीं जाए,
एक किस्सा थानू सुनांदा है, अंग्रेजी तो सुनाना पैना है वाला. There were two brothers. थोड़ा हंसने वाला है. Two brothers, both were very bad human beings. Very bad human beings. They used to trouble everybody, mafia type. Crime, various bad things. And these two brothers were very notorious. Nobody liked them. They never went to any church. वो अंग्रेज सीगे, लेकिन चर्च नहीं गए कभी. गिरजाघर नहीं गए, अपना फॉलो नहीं करते सी भगवान. ते की होया, एक बंदा चल बसे, दोनों चो. That one of them died. When one of them died, this one, the surviving brother, he went to the pastor. He said, my brother has died, but please, will you come to his death ceremony, his condolence ceremony, and please give some nice things about him. Please say some nice things about him. And please say that he was a saint. वो संत सीगे, ये कहना तुसी. वो कहंदा ये तो नहीं कह सकते ਉਹਦੇ ਬਾਰੇ. कहते नहीं तुसी कहना ही कहना. मैं ਤੁਹਾਨੂੰ ਇਹ ਬਖਸ਼ੀਸ਼ ਵੀ ਦਵਾਂਗਾ, ਇਹ ਵੀ ਕਰਾਂਗਾ, ਉਹ ਵੀ ਕਰਾਂਗਾ, ਤੁਸੀਂ ਜ਼ਰੂਰ ਕਹਿਣਾ. कहते चलो ठीक है. And he comes to that condolence ceremony, शोक सभा. ਉੱਥੇ ਜਾ ਕੇ ਉਹ ਜਿਹੜੇ ਪਾਦਰੀ ਨੇ ਉਹ ਬੋਲਣ ਸ਼ੁਰੂ ਕਰਦੇ ਨੇ. He was a terrible man. He was a very bad person. He was always harming others, hurtful to others, troublesome, characterless. And this brother is looking, ये तो बोल ही नहीं रहा. And then he says he was terrible, really bad, really bad. But compared to his brother who is standing over there, he was a saint. माने कि संत सीगे, ऐसा इन्होंने सामने तो संत ही. What does it mean? What does it mean? It means that we need to fight the battle within. ये नहीं होना चाहिए साढ़े जान तो बाद के जबरदस्ती हो सानू संत बनाए बंदा कोई. No, we need to make sure the positives win over the negative. This is your fight. One more story before I close. There was a saint who came to a village. He was sitting outside the village meditating near the tree. And gaon wale, they used to go to him and say, okay, Santji, we will give you some food, etc. You need anything? No, I don't need anything. वो अपनी meditation कर रहे. ਤੇ ਇੱਕ ਬੰਦਾ ਸੀਗਾ, ਉਹਨਾਂ ਨੂੰ ਪਤਾ ਸੀ ਕਿ ਇਹਨਾਂ ਜਿਹੜੇ ਸੰਤ ਜੀ ਨੇ ਇਹਨਾਂ ਕੋਲ ਕੋਈ ਹੀਰਾ ਹੈ, ਡਾਇਮੰਡ. ਉਹ ਗਿਆ ਉਹਨਾਂ ਕੋਲ, ਕਹਿੰਦਾ ਹੈ ਸੰਤ ਜੀ ਸੁਣਾ ਤੁਹਾਡੇ ਕੋਲ ਇੱਕ ਹੀਰਾ ਹੈਗਾ, ਡਾਇਮੰਡ ਹੈਗਾ, ਬੜਾ ਕਾਸਟਲੀ ਹੈ, ਉਹ ਮੈਨੂੰ ਦੇ ਦਿਓ ਤੁਸੀਂ. give me the diamond. ਤੇ ਸੰਤ ਜੀ ਨੇ ਡਾਇਮੰਡ ਨਿਕਾਲਾ ਆਪਣੇ ਬੈਗ ਤੋਂ, ਲਓ ਤੁਸੀਂ. he went back with that diamond and he would have become a rich man. But 1 week later he comes back to the Sant ji. He says, Sant ji, ये diamond वापस ला. He says, why? क्यों? Valuable नहीं है. He says, नहीं बड़ा valuable है, मैं पता किया है, जड़ा है करोड़ों रुपया दा है ये वो, लेकिन ये मैनू नहीं चाहिए. कहते क्यों? कहते मैनू वो चीज चाहिए जिदे करके तुसी ये डायमंड मैनू दे दिता. What is that inside you that made you give me this diamond without flinching, without thinking? I want that. Okay. That means the saint has something more than the diamond. ਜੇ ਤੁਹਾਡੇ ਕੋਲ 20 ਰੁਪਏ ਨੇ ਤਾਂ ਹੀ ਤੁਸੀਂ 10 ਰੁਪਏ ਕਿਸੇ ਨੂੰ ਦੋਗੇ. That means that this saint had some other qualities. So we need to win the battle within. One of the ways is meditation. 3 things: meditation, right activity, and devotion to God. Right activity तो करनी है, successful होना है, काम भी करना है, तनख्वाह भी कमानी है, जो कुछ भी करना है. And meditation means that you sit quietly 10 minutes, 20 minutes, 30 minutes every day. सीखो meditation. ਜਿਹੜੀ ਵੀ ਤੁਹਾਡੀ ਆਪਣੇ scriptures ਨੇ ਜਾਂ religious practice है, या ਜਿਹੜਾ ਵੀ ਤੁਸੀਂ ਤੁਹਾਡੀ family follow करती है, meditation करो, ध्यान लगाओ, वो बहुत जरूरी है. मेडिटेशन करके तुसी शांत भी बनोगे ते हेल्दी भी बनोगे, फिजिकली, मेंटली, स्पिरिचुअली. ते ਜਿਹੜੀ ਇਹ ਅੰਦਰ ਦੀ ਲੜਾਈ ਹੈ ਇਹ ਵੀ ਤੁਸੀਂ ਜਿੱਤ ਲਓ. मैं सवेरे 1 hour and evening 1 hour. I meditate 2 hours a day. Very important for me and for everybody.
and stay connected to God. Almighty will help you when nobody can help you. और उन्होंने याद करो, ये नहीं कि एग्जाम आ गया जी, हाँ जी प्रे किया, रोज प्रे करो, थैंक यू करो, रोज 365 days of the year, make friends with God. He is your best friend, and all your career options are open to you. Work hard, do your best, adopt these qualities which I have told you, and you will never fail. Even if you fail in any point of life, you will bounce back. कोई permanent failure नहीं होता, कोई permanent success भी नहीं होता. Everything changes. So you have to have goodwill. Goodwill is the earning of life. अच्छाई कमानी. जितना तुसी बनोगे, अच्छाई कमानी. बहुत important. Thank you very much. All the best. Thank you very much, sir. It's great. Thank you. ਮੈਨੂੰ ਸ਼ਬਦ ਨਹੀਂ ਮਿਲ ਰਹੇ sir how to thank you, and ਤੁਸੀਂ ਦੇਖੋ ਪੰਜਾਬੀ ਚ ਵੀ ਕਿੰਨਾ ਅੱਛਾ ਲਿਆ, and you talked about 7 C's, ਔਰ ਸਾਡੇ ਨਾਲ ਲਗਭਗ 250 ਲੋਕ ਜੁੜੇ ਹੋਏ ਸੀਗੇ sir. I saw. Tell Yeah, them yeah. to stay connected with me on Instagram. You can follow me on Facebook, on LinkedIn. You can write to me, no problem. You can share my Amazon link of the book also. Yeah, great sir. And you talked about 7 C's: courage, character, creativity, calmness, cheerfulness. ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਸਰ ਕਮਿਊਨੀਕੇਸ਼ਨ ਸਕਿੱਲਸ ਦੀ ਜਿਹੜੇ ਬੱਚਿਆਂ ਨੂੰ ਬੜੀ ਜ਼ਿਆਦਾ ਇੰਪੋਰਟੈਂਸ ਦੇ ਉੱਤੇ ਤੁਸੀਂ ਕਾਫੀ ਜ਼ਿਆਦਾ ਉਹਨੂੰ ਇਲੈਬੋਰੇਟ ਵੀ ਕੀਤਾ. ਅਸੀਂ ਆਪਣੇ ਡਿਫਰੈਂਟ ਲੈਕਚਰਸ ਵੀ ਕਰਦੇ ਹਾਂ, ਐਂਡ ਸਾਡੇ ਨਾਲ ਕਰਨਾਟਕਾ ਤੋਂ ਵੀ, ਆਲ ਓਵਰ ਇੰਡੀਆ ਤੋਂ ਸਰ ਲੋਕ ਜੁੜੇ ਹੋਏ ਨੇ. ਦੇ ਆਰ ਗਿਵਿੰਗ ਕਮੈਂਟਸ ਆਲਸੋ, ਔਰ ਬਹੁਤ ਜ਼ਿਆਦਾ ਖੁਸ਼ ਤੁਹਾਡਾ ਲੈਕਚਰ ਲੈ ਕੇ. ਔਰ ਮਤਲਬ ਜਿਵੇਂ ਤੁਸੀਂ ਬੁੱਕ ਦਾ ਸਰ ਜ਼ਿਕਰ ਕੀਤਾ, ਦੇਰ ਆਰ 52 ਲਾਈਫ ਸਕਿੱਲਸ ਜਿਹੜੀਆਂ ਤੁਸੀਂ ਇਹਦੇ ਵਿੱਚ ਡਿਸਕਸ ਕੀਤੀਆਂ. ਸੋ ਥੀਸ ਆਰ ਫਿਊ, ਜਿਹੜਾ ਕਿ ਅੱਜ ਇੱਕ ਗਲਿੰਪਸ ਹੀ ਸੀਗਾ. ਆਈ ਥਿੰਕ ਦਿਸ ਇਜ਼ ਜਸਟ ਅ ਇੰਟਰੋਡਕਸ਼ਨ ਤੁਹਾਡੀ ਸਰ, ਜੋ ਲੋਕ ਤੁਹਾਡੇ ਔਰਾ ਨਾਲ, ਔਰ ਤੁਹਾਡਾ ਜਿਵੇਂ ਤੁਸੀਂ ਮੈਡੀਟੇਸ਼ਨ ਦੀ ਵੀ ਗੱਲ ਕੀਤੀ. I don't know, your aura should be dedicated to that part of your life ਕਿ ਉਹ ਮੈਡੀਟੇਸ਼ਨ ਕਰਕੇ ਹੈ, ਜਾਂ ਮੈਨੂੰ ਲੱਗਦਾ ਮੈਂ ਸ਼ੁਰੂ ਤੋਂ ਹੀ ਤੁਹਾਨੂੰ ਇਸ ਤਰ੍ਹਾਂ ਦੇਖ ਰਿਹਾ. थोड़ा improve हो गया. ਹਾਂ, it is always there. ਮੈਂ ਉਮੀਦ ਕਰਦਾ ਸਾਰਿਆਂ ਨੂੰ ਇਹਦਾ ਬੜਾ ਫਾਇਦਾ ਵੀ ਹੋਇਆ ਹੋਏਗਾ. ਕੁਝ ਲੋਕ ਸਰ ਕੁਐਸਚਨ ਵੀ ਕਰਨਾ ਚਾਹੁੰਦੇ ਆ. ਇਫ ਯੂ ਹੈਵ few minutes, I can take 2 or 3 questions. Please go ahead. Yeah sir, few hand raiser. मैडम करना, काइंडली अनम्यूट करो, they can ask. जी सर. हेलो सर काइंडली अनम्यूट कर लियो सर. विवेक जी. जी, अपनी इंट्रोडक्शन देके you can ask some questions, relevant questions please. Any student, any teacher, any lecturer. Go ahead. हेलो, सत श्री अकाल सर. सत श्री अकाल जी. मैं मनजिंदर कौर, स्विंग टैक्नोलॉजी इंस्ट्रक्टर, गवर्नमेंट ITI SC फतेहगढ़ चूड़ियां तो. जी. और सर जिस तरह तुसी अज इस निमी प्लेटफॉर्म ते साडे डिप्टी डायरैक्टर श्री विजेंद्र दमन जी दी मतलब योग अगवाई दे नाल सानू यह मौका मिलिया है तुहाडे विचार सुनन दा, और असी मतलब कोशिश करांगे कि तुहाडे ये विचार अपने जीवन दे विच इंप्लीमेंट करन दे, और अपने स्टूडेंट्स नू भी ये सारा कुछ असी बाखूबी समझावांगे कि जो भी लाइफ स्किल्स है, सीज जो तुसी सीज दे बारे दस्सिया, उन्हां दी इंपॉर्टेंस, और मैडिटेशन जो स्पैशल अजकल दी यूथ वास्ते जरूरी है. मैडिटेशन उन्हां दी एनर्जी नू जिहड़ा है उन्हू कंट्रोल करने वास्ते सर बहुत ही इफेक्टिव सी, और असी सारिਆਂ ਨੂੰ बहुत ही इंजॉयफुल लगा. और थैंक यू सर, लफज नहीं है तारी तारीफ वास्ते. नहीं, stay connected. Thank you and most welcome. ਜਿਹੜਾ ਮੇਰਾ Instagram ID ਹੈ ਉਹ ਹੈ, ਕੋਈ ਪੁੱਛ ਰਿਹਾ ਸੀ, ਮੈਂ ਚੈਟ 'ਚ ਵੇਖਿਆ, ਵਿਵੇਕ ਆਤਰੇ ਹੀ ਹੈ ਮੇਰੇ ਸਪੈਲਿੰਗਸ ਜਿਹੜੇ ਨੇ. ਪਲੀਜ਼ ਸਟੇ ਕਨੈਕਟਡ ਆਲ. थैंक यू. गुड आफ्टरनून सर. गुड आफ्टरनून सर. ਹਾਂਜੀ, ਗੁੱਡ ਆਫਟਰਨੂਨ. ਕੌਣ गुड आफ्टरनून सर. माइसेल्फ राकेश डल्ला फ्रॉम गवर्नमेंट ITI मोहाली. सर सब तो पहला ਤਾਂ ਬਹੁਤ ਤੁਹਾਡਾ ਧੰਨਵਾਦ. ਬਹੁਤ ਅੱਛਾ ਸੈਸ਼ਨ ਤੁਸੀਂ ਸਾਡਾ ਲਿਆ. ਸਾਡੀਆਂ ਕਾਫੀ ਫਰਸਟ੍ਰੇਸ਼ਨਸ ਔਰ ਕਈ ਫੰਡਾਮੈਂਟਲਸ ਸਾਨੂੰ ਕਲੀਅਰ ਹੋਏ ਨੇ, ਨਾ ਕਿ ਇਹ ਸਾਡੇ ਬੱਚਿਆਂ ਲਈ ਸਹਾਇਕ ਆ. ਮੇਰੇ ਆਈ ਐਮ ਅਰਾਊਂਡ 50 ਤੇ ਮੇਰੇ ਲਈ ਵੀ ਮੈਨੂੰ ਲੱਗਦਾ ਵੀ ਬਹੁਤ ਇੰਪੋਰਟੈਂਟ ਸੈਸ਼ਨ ਸੀ ਜਿਹੜਾ ਤੁਸੀਂ ਅੱਜ ਲਿਆ. ਤੁਸੀਂ ਪੰਜਾਬੀ ਬਹੁਤ ਵਧੀਆ ਬੋਲੀ ਸਰ. ਥੈਂਕ ਯੂ. ਇਦਾਂ ਦੀ ਕੋਈ ਗੱਲ ਨਹੀਂ ਹੈ. ਪੰਜਾਬੀ ਯੂ ਹੈਵ ਅ ਵੈਰੀ
You have a very good command over Punjabi, sir. Sir, very good session. कुछ इदां दे मेरे को शब्द नहीं है कि मेरा क्लियर ना होया पे, बट मैं कुछ बच्चों दे लई मेरे को काफी बच्चे पुछदे रहंदे ने, मैं एम्प्लॉयबिलिटी स्किल्स दे भी ਲੈਕਚਰਸ ਕਾਫੀ ਨਿੰਮੀ ਤੇ ਲਏ ਨੇ। ਕਈ ਬੱਚੇ ਕਹਿੰਦੇ ਜੀ ਅਸੀਂ ਮਿਹਨਤ ਬਹੁਤ ਕਰਦੇ ਹਾਂ, ਸਾਨੂੰ ਫਰੂਟ ਨਹੀਂ ਉਹਦਾ ਮਿਲਦਾ, ਸਾਨੂੰ ਫਲ ਨਹੀਂ ਮਿਲਦਾ, ਤੇ ਉਹਦੇ ਕਰਕੇ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਸਾਡੇ ਵਿੱਚ ਆ ਜਾਂਦੀ। ਮੈਂ ਥੋੜਾ ਜਿਹਾ, ਮੇਰੇ ਬੱਚੇ ਅੱਜ ਜੁੜੇ ਵੀ ਹੋਏ ਆ ਨਾਲ ਥੋੜੇ ਜਿਹੇ, ਸੋ ਮੈਂ ਉਹਨਾਂ ਵੱਲੋਂ ਹੀ ਔਨ ਬਿਹਾਫ ਆਫ ਦੈਮ, ਮੈਨੂੰ ਵੀ ਥੋੜੀ ਜਿਹੀ ਇਹ ਹੈਗੀ ਆ ਵੀ ਕਿਸੇ ਵੇਲੇ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਲੈਂਦੇ ਆ, ਬਟ ਸਾਨੂੰ ਰਿਜ਼ਲਟ ਨਹੀਂ ਕਾਫੀ ਦੇਰ ਤੱਕ ਉਸ ਚੀਜ਼ ਦਾ ਮਿਲਦਾ, ਨਾ ਐਪਰੀਸੀਏਸ਼ਨ ਮਿਲਦੀ ਆ, ਨਾ ਮਤਲਬ ਮੀਨਸ ਉਹਦਾ। ਬੱਚੇ ਵੀ ਇਹੀ ਕਹਿ ਰਹੇ ਵੀ ਸਾਨੂੰ, ਅਸੀਂ ਸਰ ਕੰਮ ਬੜਾ ਕਰਦੇ ਹਾਂ, ਤੁਸੀਂ ਸਾਨੂੰ ਕਦੀ ਕੁਛ ਸ਼ਾਬਾਸ਼ ਤਾਂ ਦਿੱਤੀ ਨਹੀਂ ਮੈਨੂੰ। ਵੀ ਇਦਾਂ ਦੇ ਮੌਕੇ ਤੇ ਫਰਸਟ੍ਰੇਸ਼ਨ ਆਉਂਦੀ ਹੈ। ਜਿਹੜਾ ਸਫਰਰ ਹੈਗਾ ਜਾਂ ਜਿਹਨੂੰ ਲੱਗਦਾ ਕਿ ਮੈਨੂੰ ਫਰਸਟ੍ਰੇਸ਼ਨ ਆ ਗਈ, ਉਹਨੂੰ ਕਿਵੇਂ ਡੀਲ ਕਰਨਾ ਚਾਹੀਦਾ? ਹਾਂ, ਇਹ ਜਿਹੜੀ ਫਰਸਟ੍ਰੇਸ਼ਨ ਹੈ ਇਹ ਆਂਦੀ ਹੈ, ਲਾਈਫ 'ਚ ਆਂਦੀ ਹੈ, ਤੇ ਮਿਹਨਤ ਵੀ ਸਾਰੇ ਹੀ ਕਰਦੇ ਨੇ। ਇਹ ਨਹੀਂ ਕਿ ਤੁਸੀਂ ਕਰ ਰਹੇ ਹੋ ਜਾਂ ਬੱਚੇ ਹੀ ਕਰ ਰਹੇ ਨੇ, ਸਾਰੇ ਹੀ ਕਰਦੇ ਨੇ। ਅੱਜ ਕੱਲ ਮਿਹਨਤ ਕਰਨੀ ਪੈਂਦੀ ਹੈ, ਤੇ ਸਭ ਲੋਕੀ ਇੰਟੈਲੀਜੈਂਟ ਵੀ ਹੁੰਦੇ ਨੇ। ਜਿਹੜਾ ਇੰਡੀਅਨ ਹੈ, ਇੰਡੀਅਨ ਨੈਸ਼ਨਲ ਕੋਈ ਵੀ ਹੋਵੇ ਕਿ ਕਿਸੇ ਵੀ ਸਟੇਟ ਦਾ, ਉਹ ਕਾਫੀ ਸਮਾਰਟ ਇੰਟੈਲੀਜੈਂਟ ਹੁੰਦਾ ਹੈ। ਲੇਕਿਨ ਕੁਛ ਇੱਕ ਐਕਸਟਰਾ ਚੀਜ਼ਾਂ ਨੇ ਜਿਹਨੂੰ ਅਸੀਂ ਅਪਣਾਈਏ ਤੇ ਸਕਸੈਸ ਮਿਲ ਸਕਦੀ ਹੈ। ਕਮਿਊਨੀਕੇਸ਼ਨ ਸਕਿੱਲਸ ਡੈਫੀਨਿਟਲੀ, ਪਰਸਨੈਲਿਟੀ ਡਿਵੈਲਪਮੈਂਟ, ਕੌਨਫੀਡੈਂਸ। ਜਿਹੜਾ ਕਿ ਸਕਸੈਸ ਨਹੀਂ ਮਿਲੀ ਉਹਨੂੰ ਹੈਂਡਲ ਕਰਨਾ, ਫੇਲੀਅਰ ਨੂੰ, ਉਹ ਵੀ ਸਾਨੂੰ ਆਉਣਾ ਚਾਹੀਦਾ। ਜਿਹੜੀ ਕੁਆਲਿਟੀ ਹੈ ਰੈਜ਼ਿਲੀਅੰਸ ਦੀ, ਜਿਹੜੀ ਮਜ਼ਬੂਤ ਹੋਣਾ, ਮਤਲਬ ਕਿ ਅੰਦਰੂਨੀ ਮਜ਼ਬੂਤੀ। ਇੱਕ ਦੋ ਵਾਰੀ ਫੇਲੀਅਰ ਮਿਲੇਗਾ, 3 ਵਾਰੀ ਮਿਲੇਗਾ, ਫਿਰ ਚੌਥੀ ਵਾਰੀ ਸਕਸੈਸ ਹੀ ਮਿਲੇਗਾ। ਕੋਸ਼ਿਸ਼ ਕਰਦੇ ਰਹੋ, ਲੱਗੇ ਰਹੋ, ਜਿਹੜਾ ਲੱਗਾ ਰਹੇਗਾ ਉਹ ਸਕਸੈਸਫੁਲ ਹੈ। ਜਿਹੜੇ ਐਕਟਰ ਨੇ, ਕੋਈ ਵੀ ਐਕਟਰ ਜਿਹੜਾ ਕਿ ਉਹ ਕਹਿੰਦੇ ਨੇ ਨੈਪੋਟਿਜ਼ਮ ਹੈ, ਜਿਹੜੇ ਕਿ ਦੂਜੇ ਐਕਟਰ ਨੇ, ਉਹ ਬੈਂਚ ਸੁਣਦੇ ਸੀਗੇ ਤੇ ਪਤਾ ਨਹੀਂ ਕੀ ਕੁਝ ਕਰਕੇ ਉਹ ਐਕਟਰ ਬਣੇ। ਸਿੰਗਰ, ਜਿਹੜੇ ਸਮਾਲ ਟਾਈਮ ਐਂਟਰਪ੍ਰੈਨਰ ਨੇ, ਜਿਹੜਾ ਜੋ ਬੰਦਾ ਆਪਣੀ ਕੋਈ ਬਿਜ਼ਨਸ ਸ਼ੁਰੂ ਕਰਦਾ ਹੈ ਜਾਂ ਕੋਈ ਸਕੂਲ ਵੀ ਸ਼ੁਰੂ ਕਰਦਾ ਹੈ ਪ੍ਰਾਈਵੇਟ। ਮੇਰੀ ਵਾਈਫ ਦਾ ਸਕੂਲ ਹੈ ਟੌਡਲਰਸ ਦਾ, ਛੋਟੇ। ਇਹ ਪਹਿਲਾਂ 1 ਬੱਚਾ ਹੁੰਦਾ ਸੀ ਜਾਂ 2 ਬੱਚੇ ਹੁੰਦੇ ਸੀ, ਹੁਣ ਮੇਰੇ ਖਿਆਲ 200 ਬੱਚੇ ਨੇ ਟੌਡਲਰਸ ਦੇ। ਤੇ ਜਿਹੜਾ ਅਕੈਡਮੀ ਹੈ ਸਾਡੀ IAS ਦੀ, ਅਸੀਂ ਪ੍ਰਿਪੇਅਰ ਕਰਦੇ ਨੇ ਬੱਚਿਆਂ ਨੂੰ IAS, PCS, HCS ਵਾਸਤੇ। ਪੰਚਕੂਲਾ 'ਚ ਮੈਂ ਮੈਂਟਰ ਹਾਂ ਵਿਵੇਕ IAS ਕਰੀਅਰ ਅਕੈਡਮੀ ਦਾ। ਉੱਥੇ ਵੀ 1 ਸਟੂਡੈਂਟ ਸੀਗਾ ਜਾਂ 0 ਸੀਗੇ, ਹੁਣ 100 ਦੇ ਉੱਤੇ ਨੇ। ਤਾਂ ਇਹ ਜਿਹੜਾ ਫੇਲੀਅਰ ਹੈ ਜਾਂ ਜਿਹੜਾ ਲੈਥਾਰਜੀ ਹੈ, ਡਿਫਿਕਲਟੀ ਹੈ, ਉਹ ਆਏਗੀ, ਬਾਅਦ 'ਚ ਠੀਕ ਹੋ ਜਾਏ। ਪਲੀਜ਼ ਸਟੇ ਸਟਰੋਂਗ। ਓਕੇ ਸਰ, ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਮੈਂ ਇੱਕ ਮੰਤਰਾ ਯੂਜ਼ ਕਰਦਾ ਹਾਂ, ਉਹਨੂੰ ਮੈਂ ਕਹਿੰਦਾ ਕਿ ਤੁਹਾਡੇ ਲੈਕਚਰ ਦੇ ਵਿੱਚ ਵੀ ਉਹਦਾ ਜ਼ਿਕਰ ਸੀਗਾ ਕਿ ਰਾਈਟ ਬ੍ਰੇਨ ਲੈਫਟ ਬ੍ਰੇਨ ਦੀ ਵੀ ਤੁਸੀਂ ਗੱਲ ਕੀਤੀ। ਔਰ ਜਿਹੜੀ ਐਪਰੀਸ਼ੀਏਸ਼ਨ ਹੈ ਸਰ, ਮੈਂ ਕਹਿੰਦਾ ਕਿ ਜਿਹੜਾ ਸਾਡੇ ਕੁਝ ਸਕ੍ਰਿਪਟਸ ਦੇ ਵਿੱਚ ਵੀ ਲਿਖਿਆ ਹੈ ਕਿ ਕਰਮ ਕਰਨਾ, ਵਨਸ ਵੀ ਡੂ ਫਾਰ ਅਦਰਸ, ਤੇ ਸਾਨੂੰ ਸਰ ਐਪਰੀਸ਼ੀਏਸ਼ਨ ਦੀ ਭਾਲ ਹੁੰਦੀ ਹੈ। ਇਫ ਇਟਸ ਅ ਪਾਰਟ ਆਫ ਅਵਰ ਕਰੈਕਟਰ ਕਿ ਆਈ ਕੀਪ ਡੂਇੰਗ ਜਸਟ ਫॉर द ਸੇਕ ਆਫ ਮਾਈ ਸੈਲਫ, ਕਿ ਮੈਨੂੰ ਚੰਗਾ ਲੱਗਦਾ ਵੀ ਇਹ ਮੇਰਾ ਕਰੈਕਟਰ ਹੈ, ਇਹ ਕੰਮ ਕਰਨਾ ਹੈ, ਦੈਨ ਆਈ ਐਪਰੀਸ਼ੀਏਟ ਮਾਈ ਸੈਲਫ। ਮੈਂ ਜਿਵੇਂ ਅੱਜ ਸਰ ਸਮਝਦਾ ਹਾਂ ਕਿ ਤੁਹਾਡਾ ਲੈਕਚਰ ਕਰਵਾਇਆ, ਤੇ ਮੈਂ ਕਿਤੇ ਕਿਸੇ ਦੀ ਐਪਰੀਸ਼ੀਏਸ਼ਨ ਦੀ ਉਹ ਨਹੀਂ ਚਾਹਾਂਗਾ ਕਿ ਮੈਨੂੰ ਮੇਰੇ ਕੋਈ ਟੌਪ ਜਾਂ ਉੱਥੋਂ ਐਪਰੀਸ਼ੀਏਟ ਕਰਨ ਜਾਂ ਤੁਹਾਨੂੰ ਐਪਰੀਸ਼ੀਏਟ ਕਰਨ। You have done because you want that these things should reach to everybody. I have done it because I felt that this should reach to, and मैं अपने आप ਨੂੰ appreciate करता ਹਾਂ। Similarly, मैं ਇਹ ਮੰਤਰਾ ਹੈਗਾ ਕਿ if you appreciate, you do the things like you can appreciate yourself. ਇਹ ਜਿਸ ਤਰ੍ਹਾਂ ਰਕੇਸ਼ ਜੀ ਹੈਗੇ ਆ, so he is doing excellent work sir. So he knows ਕਿ ਉਹਨੇ ਕਿੰਨੇ ਵਧੀਆ ਕੰਮ ਕੀਤੇ ਆ। ਸੋ ਲੇਟਰ ਔਰ ਸੂਨਰ ਉਹ ਮੰਤਰਾ ਸਰ ਮੈਂ ਇੱਕ ਕਰਦਾ ਡੈਡੀਕੇਟ ਤੁਹਾਨੂੰ। ਓਪਸ ਕਰਕੇ ਹੈ, ਓਬਜ਼ਰਵ, ਫਿਲਟਰ ਐਂਡ ਸਰੈਂਡਰ। ਵਨ ਸ਼ੁੱਡ ਓਬਜ਼ਰਵ ਵਨਸ ਡੀਡਸ। ਜਿਹੜੇ ਅਸੀਂ ਕੰਮ ਕਰਦੇ ਹਾਂ ਉਹਨੂੰ ਇੱਕ ਵਾਰੀ, ਜਿਵੇਂ ਤੁਸੀਂ ਕਿਹਾ ਕਿ ਸਵਾਦੇ ਆਏ, ਇੱਕ ਵਾਰੀ ਉਹਨੂੰ ਓਬਜ਼ਰਵ ਕਰੋ, ਦੈਨ ਫਿਲਟਰ ਇਟ। ਉਹਨੂੰ ਇੱਕ ਫਿਲਟਰ ਲਗਾਓ ਕਿ ਦੀਜ਼ ਕਰਮਾਂ ਆਰ ਗੁੱਡ, ਇਹ ਜੋ ਮੈਂ ਕੰਮ ਕੀਤਾ ਇਹ ਠੀਕ ਸੀ ਜਾਂ ਗਲਤ ਸੀਗਾ। ਬਿਲਕੁਲ ਫਿਲਟਰ ਨਿਕਲ ਕੇ ਆਏ। ਇਫ ਇਟ ਇਜ਼ ਰੋਂਗ, ਈਵਨ ਦੈਨ ਸਰੈਂਡਰ ਟੂ, ਤੁਸੀਂ ਗੋਡ ਦੀ ਗੱਲ ਕੀਤੀ, ਟੂ ਅਲਮਾਈਟੀ, ਟੂ ਨੇਚਰ, ਉਹਨੂੰ ਸਰੈਂਡਰ ਕਰ ਦਿਓ। ਜੇ ਬਹੁਤ ਵਧੀਆ ਵੀ ਕੀਤਾ ਤਾਂ ਵੀ ਸਰ ਉਹਨੂੰ ਸਰੈਂਡਰ ਕਰ ਦਿਓ, ਉਹਦੇ ਨਾਲ ਈਗੋ ਨਹੀਂ ਆਉਂਦੀ। ਸੋ ਇਟਸ ਅ ਗ੍ਰੇਟ ਮੰਤਰਾ ਆਫ। ਕਈ ਵਾਰੀ ਅਸੀਂ ਰੈਕਗਨਾਈਜੇਸ਼ਨ ਜਾਂ ਐਪਰੀਸ਼ੀਏਸ਼ਨ ਦੇ ਚੱਕਰ ਦੇ ਵਿੱਚ ਵੀ ਗੈਟ ਈਗੋ ਆਲਸੋ, ਦੈਟ ਆਲਸੋ ਇਜ਼ ਡੇਂਜਰਸ ਸਮਟਾਈਮ। ਸੋ ਇਹ ਮੈਂ ਸਰ ਸ਼ੇਅਰ ਕਰਨਾ ਚਾਹੁੰਦਾ ਸੀਗਾ। ਮੇਰਾ ਐਬਸੋਲੂਟਲੀ ਕਰੈਕਟ। ਇਨਫੈਕਟ ਇੰਟਰੋਸਪੈਕਸ਼ਨ ਜਿਹੜਾ ਹੈ, ਤੁਸੀਂ ਸਵਾਧਿਆਇ ਦੀ ਗੱਲ ਕੀਤੀ, ਇੰਟਰੋਸਪੈਕਸ਼ਨ ਇਹ ਬੜਾ ਜ਼ਰੂਰੀ ਹੈ। ਤੇ ਅਸੀਂ ਦੂਜਿਆਂ ਨੂੰ ਬੜਾ ਕ੍ਰਿਟੀਕਲ ਨਜ਼ਰ ਤੋਂ ਵੇਖਦੇ ਹਾਂ, ਲੇਕਿਨ ਆਪਣੇ ਨੂੰ ਨਹੀਂ, ਆਪਣੇ ਆਪ ਨੂੰ ਨਹੀਂ ਵੇਖਦੇ।
ਤੇ ਸਾਨੂੰ ਚਾਹੀਦਾ ਕਿ ਆਪਣੇ ਆਪ ਨੂੰ ਵੇਖੀਏ ਕਾਫੀ ਕ੍ਰਿਟੀਕਲ ਨਜ਼ਰ ਦੇ ਨਾਲ ਤੇ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ। ਜੀ ਸਰ। Sir, one last question, Mr. Sagar Chauhan, कोई ਹਾਂਜੀ national ਆ ਜਾਓ ਜੀ ਵੈਲਕਮ। Sagar, Mr. Sagar, ਬੋਲੋ ਜੀ ਸਾਗਰ। No, sir, no question. ਹਾਂਜੀ ਬੋਲੋ। do you have any questions, Sagar? No, sir, no, thank you, sir. Okay, sir, ਕਈ ਵਾਰੀ ਬੱਚੇ ਇਸ ਕਰਕੇ ਕਲਾਸ 'ਚ ਹੱਥ ਖੜਾ ਕਰਦੇ ਆ ਕਿ ਉਹਨਾਂ ਦੇ ਨਜ਼ਰ ਪੈ ਜਾਏ ਟੀਚਰ ਦੀ, ਸੋ ਅਸੀਂ ਕਈ ਵਾਰੀ ਇਸ ਤਰ੍ਹਾਂ ਦੀ। ਤਵਨ ਸਰ ਥੈਂਕ ਯੂ ਵੈਰੀ ਮਚ, ਬਹੁਤ ਵਧੀਆ ਸੈਸ਼ਨ ਤੁਸੀਂ ਸਾਡੇ ਲਈ ਆਰਗੇਨਾਈਜ਼ ਕਰਵਾਇਆ। ਥੈਂਕ ਯੂ। ਤਵਨ ਸਰ ਥੈਂਕ ਯੂ ਵੈਰੀ ਮਚ, ਤੁਹਾਡਾ ਸੈਸ਼ਨ ਅੱਜ ਬਹੁਤ ਅੱਛਾ ਸੈਸ਼ਨ ਸੀ, ਜਿਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਕਲੈਰਿਟੀਜ਼ ਹੋਈਆਂ ਨੇ, ਬਹੁਤ ਜ਼ਿਆਦਾ ਸਾਡੇ ਮੋਟੀਵੇਸ਼ਨ ਵੀ ਸਾਡੇ ਵਿੱਚ ਆਈ ਹੈ ਬਹੁਤ ਜ਼ਿਆਦਾ। ਸੋ ਮੈਂ ਵੀ ਜਿੱਦਾਂ ਤਵਨ ਸਰ ਨੇ ਕਿਹਾ ਕਿ ਤੁਸੀਂ ਉਹ ਐਪਰੀਸੀਏਸ਼ਨ ਜਿਹੜੀ ਹੁੰਦੀ ਹੈ, ਮੈਂ ਵੀ ਸਟੂਡੈਂਟਸ ਨੂੰ ਇਹੀ ਕਹਿਣਾ ਵੀ ਜਦੋਂ ਨਹੀਂ ਹੁੰਦਾ ਤੇ ਤੁਸੀਂ ਆਪਣਾ ਹੈਂਡ ਰੇਜ਼ ਕਰੋ, ਪਿੱਛੇ ਲੈ ਕੇ ਜਾਓ ਔਰ ਆਪਣੇ ਆਪ ਨੂੰ ਸ਼ਾਬਾਸ਼ ਦਿਓ ਜਦੋਂ ਇਦਾਂ ਦੀ ਕੰਡੀਸ਼ਨ ਆਉਂਦੀ ਹੈ। ਠੀਕ ਹੈ। ਸੋ ਡੈਫੀਨਿਟਲੀ ਮੈਂ ਕਹਿੰਦਾ ਥੈਂਕ ਯੂ ਵੈਰੀ ਮਚ ਸਰ, ਬਹੁਤ ਅੱਛਾ ਲੱਗਾ। ਥੈਂਕ ਯੂ ਸਰ, ਥੈਂਕ ਯੂ। ਥੈਂਕ ਯੂ ਵੈਰੀ ਮਚ। ਉਪਾਸਨਾ ਅਤਰੀ ਬੋਲਦੀ ਆ ਗਵਰਨਮੈਂਟ ਆਈਟੀ ਮੋਹਾਲੀ ਤੋਂ। ਜੀ ਹਾਂਜੀ ਸਰ, ਤੁਹਾਡਾ ਸੈਸ਼ਨ ਬੜਾ ਅੱਛਾ ਸੀਗਾ, ਕਿਉਂਕਿ ਮੇਰੀ ਵੀ ਲਾਈਫ ਦੇ ਵਿੱਚ ਕਾਫੀ ਟ੍ਰੈਜਡੀਜ਼ ਹੁੰਦੀ ਰਹੀਆਂ, ਮੈਂ ਉਹ ਤੋਂ ਉੱਭਰਦੀ ਰਹੀ। ਸਿਰਫ ਆਪਣੇ ਆਪ ਨੂੰ ਹੀ ਜਿਸ ਤਰ੍ਹਾਂ ਕਹਿੰਦੇ ਸਹਾਰਾ ਦੇਣਾ, ਆਪਣੇ ਆਪ ਨੂੰ ਬੂਸਟ ਅਪ ਕਰਨਾ ਕਿ ਨਹੀਂ ਤੈਨੂੰ ਕਿਸੇ ਨੇ ਖੜਾ ਨਹੀਂ ਕਰਨਾ, ਤੈਨੂੰ ਖੁਦ ਖੜਾ ਹੋਣਾ ਪਏਗਾ ਲੜਨ ਦੇ ਲਈ। ਵੈਰੀ ਗੁੱਡ। ਪ੍ਰੋਵਾਈਡ ਕਰਵਾਇਆ ਲੋਕਡਾਊਨ 'ਚ, ਸ਼ਾਇਦ ਮੈਂ ਫੈਡ ਅਪ ਹੋ ਜਾਂਦੀ ਇਸ ਟਾਈਮ 'ਚ, ਲੇਕਿਨ ਇੰਨਾ ਅੱਛਾ ਇਹ ਪਲੇਟਫਾਰਮ ਸੀ ਜਿਹਨੇ ਮੈਨੂੰ ਬੂਸਟ ਅਪ ਕੀਤਾ। ਮੈਂ ਲੈਕਚਰ ਦਿੰਦੀ ਹਾਂ ਨਿੰਮੀ ਤੇ ਧਵਨ ਸਰ ਦੀ ਅਗਵਾਈ ਦਾ ਲੈਕਚਰ ਦਿੰਦੇ ਆ, ਪਰ ਉਸ ਟਾਈਮ ਬੜਾ ਅੱਛਾ ਲੱਗਿਆ। ਲੋਕਡਾਊਨ 'ਚ ਘਰ ਬੈਠੇ ਮੈਂ ਪਤਾ ਨਹੀਂ ਕਿਆ ਹੋ ਜਾਂਦਾ, ਲੇਕਿਨ ਬੜਾ ਅੱਛਾ ਸੀ। So thank you very much. We had taken much of your time. Now I request you ਕਿ ਤੁਸੀਂ ਸਰ ਇਸ ਸੀਰੀਜ਼ ਦੇ ਵਿੱਚ ਫਰਦਰ ਵੀ ਕੁਝ ਐਸੇ ਬੱਚਿਆਂ ਦੇ ਨਾਲ ਜਿਹੜੇ ਰਿਲੇਟਡ ਹੋਣ, if you can come up with we know your time is very precious. ਨਹੀਂ I can come once more. I can come. I'll send you another topic and we can plan in about 10-15 days. Right, sir. Thank you, sir. Thank you. All the best to you all. Please stay in touch with me. Social media, this, that, and watch on YouTube. Thank you, Vijender ji. Thank you. Thank you, sir. Thank you so much, sir. Thank you.